श्री वाहिगुरु साहिब जी। सलोक महला दूजा। आपे जाणै करे आप, आपे आणै रास। तिसै अग्गै नानका खलई कीचै अरदास। आपे जाणै करे आप। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰੀ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਦੂਜਾ। ਮਾਰੂ ਦੀ ਵਾਰ ਵਿੱਚ ਹੁਣ ਤੱਕ ਪਹਿਲੇ ਪਾਤਸ਼ਾਹ ਅਤੇ ਤੀਜੇ ਪਾਤਸ਼ਾਹ ਜੀ ਦੇ ਹੀ ਸਲੋਕ ਆਏ ਹਨ, ਪਰ ਹੁਣ 20ਵਾਂ ਸਲੋਕ ਦੂਜੇ ਪਾਤਸ਼ਾਹ ਜੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਅੰਕਿਤ ਕਰ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਇਸ ਪਾਵਨ ਸਲੋਕ ਦੇ ਵਿੱਚ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਦੇ ਹਨ। ਆਪੇ ਜਾਣੈ ਕਰੇ ਆਪ। ਇਹ ਭਾਈ ਅਰਦਾਸ ਕਰਨ ਲੱਗਿਆਂ ਐਸਾ ਨਿਸ਼ਚਾ ਚਾਹੀਦਾ ਹੈ ਕਿ ਉਹ ਪ੍ਰਭੂ ਆਪ ਹੀ ਸਭ ਦੇ ਹਿਰਦਿਆਂ ਦੀ ਜਾਣਦਾ ਹੈ, ਕਿਉਂਕਿ ਉਹ ਆਪ ਹੀ ਸਭਨਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਜੀਵਾਂ ਦੀ ਕੀਤੀ ਅਰਦਾਸ ਨੂੰ ਆਪੇ ਆਣੈ ਰਾਸ ਅਤੇ ਪ੍ਰੇਮਾ ਭਗਤੀ ਨੂੰ ਸਚਾਈ ਵਿੱਚ ਲਿਆਉਂਦਾ ਹੈ। ਤਿਸੈ ਅੱਗੇ ਨਾਨਕਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਤਿਸ ਸਮਰੱਥ ਪਰਮਾਤਮਾ ਦੇ ਅੱਗੇ ਸਾਹਮਣੇ ਭਾਵ ਸਨਮੁਖ ਖੜੇ ਹੋ ਕੇ ਸਮਾਹਿਤ ਚਿਤ ਹੋ ਕੇ ਖਲਾਈ ਕੀਚੈ ਅਰਦਾਸ। ਖੜੇ ਹੋ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਅਰਦਾਸ ਵਿੱਚ ਬੈਠੇ ਨਹੀਂ ਰਹਿਣਾ ਚਾਹੀਦਾ। ਦੋਨੇ ਹੱਥ ਜੋੜ ਕੇ ਛਾਤੀ ਅੱਗੇ ਕਰਕੇ ਤੇ ਖੜੇ ਹੋਣਾ ਚਾਹੀਦਾ ਹੈ, ਜਾਂ ਸਰੀਰ ਕਰਕੇ ਵੀ ਖੜੋ ਕੇ ਤੇ ਮਨ ਵੀ ਸਾਵਧਾਨ ਕਰਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਅਰਦਾਸ ਅਰ ਨਾਮ ਹੈ ਵੈਰੀ ਦਾ, ਜੋ ਕਾਮ ਕ੍ਰੋਧ ਆਦਿਕ ਵੈਰੀ ਹਨ, ਇਹਨਾਂ ਵੈਰੀਆਂ ਨੂੰ ਮੇਰੇ ਦਾਸ ਹੀ ਸੱਚੇ ਪਾਤਸ਼ਾਹ ਜੀਓ ਸੇਵਕ ਬਣਾ ਦਿਓ। ਇਹ ਮੇਰੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸੇ ਆਗੇ ਕੀਚੈ ਅਰਦਾਸ। ਜਿਹੜਾ ਪਰਮਾਤਮਾ ਬਿਨਾਂ ਬੋਲਿਆਂ ਤੋਂ ਹੀ ਸਭ ਕੁਝ ਜਾਣਦਾ ਹੈ, ਉਹਨੂੰ ਛੱਡ ਕੇ ਕਿਹਦੀ ਅੱਗੇ ਅਰਦਾਸ ਕਰੀਏ। ਅੰਤਰਜਾਮੀ ਪਰਮਾਤਮਾ ਦੀ ਸਨਮੁਖੀ ਅਰਦਾਸ ਕਰਨੀ ਬਣਦੀ ਹੈ। ਜਿਹੜਾ ਬਿਨਾਂ ਬੋਲਿਆਂ ਤੋਂ ਦਿਲਾਂ ਦੀਆਂ ਜਾਣਦਾ ਹੈ, ਉਹਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰੀਏ।
ਜਿਹੜਾ ਖੁਦ ਆਪ ਦੁਖੀ ਹੈ ਉਹ ਤੁਹਾਡੇ ਦੁੱਖ ਸੁਣ ਕੇ ਤੁਹਾਨੂੰ ਕੀ ਸੁੱਖ ਦੇ ਸਕਦਾ ਹੈ। ਇਸ ਲਈ ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ। ਦੁੱਖ ਉਸ ਦੇ ਕੋਲ ਆਖੋ ਜਿਹਦੇ ਕੋਲ ਸਾਰੇ ਸੁੱਖ ਹਨ। ਜਿਹੜਾ ਆਪ ਦੁਖੀ ਹੈ ਦੁਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਦੁੱਖ ਵਿੱਚ ਜੀਓ ਜਲਾਇਆ ਦੁਖੀਆ ਚੱਲਿਆ ਰੋਏ। ਉਹਦੇ ਕੋਲ ਆਪਦੇ ਦੁੱਖ ਫਰੋਲ ਕੇ ਅਰਦਾਸ ਕਰਨ ਦਾ ਕੀ ਲਾਭ ਹੈ। ਇਸ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੰਜਾਂ ਪਿਆਰਿਆਂ ਦੇ ਸਨਮੁਖ ਖੜੇ ਹੋ ਕੇ ਆਪਣੇ ਪਾਪਾਂ ਨੂੰ ਔਗਣਾਂ ਨੂੰ ਬਖਸ਼ਾਉਣ ਵਾਸਤੇ ਦੁੱਖਾਂ ਕਲੇਸ਼ਾਂ ਦੇ ਖਾਤਮੇ ਵਾਸਤੇ ਅਰਦਾਸ ਕਰੀਏ। ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਜਿਨ ਕੀਆ ਤਿਨ ਦੇਖਿਆ। ਜਿਸ ਪਰਮਾਤਮਾ ਨੇ ਇਹ ਸੰਸਾਰ ਨੂੰ ਪੈਦਾ ਕੀਤਾ ਹੈ ਤਿਸ ਨੇ ਹੀ ਆਪ ਹੀ ਜੀਵਨ ਦੇ ਕਰਮਾਂ ਨੂੰ ਵੇਖਣਾ ਕੀਤਾ ਹੈ। ਆਪੇ ਜਾਣੈ ਸੋਈ। ਅਤੇ ਉਹ ਆਪ ਹੀ ਸਾਰਿਆਂ ਦੇ ਪਾਲਣ ਪੋਸ਼ਣ ਦੀ ਖਬਰ ਨੂੰ ਜਾਣਦਾ ਹੈ। ਇਸੇ ਪ੍ਰਕਾਰ ਜਿਨ ਕੀਆ ਤਿਨ ਦੇਖਿਆ। ਜਿਸ ਕਿਸੇ ਗੁਰਮੁਖ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਤਿਸ ਨੇ ਵਾਹਿਗੁਰੂ ਦੇ ਸਰੂਪ ਦੇ ਜਲਵੇ ਬ੍ਰਹਮ ਚੇਤਨ ਨਿਰਗੁਣ ਸਰੂਪ ਨੂੰ ਆਪਣਾ ਆਤਮਾ ਕਰਕੇ ਵੇਖਣਾ ਕੀਤਾ ਹੈ। ਆਪੇ ਜਾਣੈ ਸੋ। ਅਤੇ ਉਸ ਗੁਰਮੁਖ ਨੂੰ ਪਰਮਾਤਮਾ ਆਪ ਹੀ ਆਪਣਾ ਸੇਵਾ ਕਰਕੇ ਜਾਣਦਾ ਹੈ ਕਿ ਇਸ ਦਾ ਚਿੱਤ ਮੇਰੇ ਵਿੱਚ ਜੁੜਿਆ ਹੋਇਆ ਹੈ। ਜਾਂ ਗੁਰਮੁਖ ਆਪ ਹੀ ਉਸ ਦੀ ਸ਼ੋਭਾ ਨੂੰ ਜਾਣਦਾ ਹੈ। ਤਿਸਨੂੰ ਕਹੀਐ ਨਾਨਕਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਵਾਹਿਗੁਰੂ ਤੋਂ ਬਿਨਾਂ ਕਿਸ ਨੂੰ ਜਾ ਕੇ ਆਪਣੀ ਅਰਦਾਸ ਕਹਿਣਾ ਕਰੀਏ। ਜਾ ਘਰ ਵਰਤੈ ਸਭ ਕੋ। ਜਦ ਕਿ ਸਾਰੇ ਘਰ ਸਰੀਰਾਂ ਵਿੱਚ ਉਹ ਕੋਈ ਪ੍ਰਭੂ ਆਪ ਹੀ ਵਰਤ ਰਿਹਾ ਹੈ। ਜਾਂ ਜਦੋਂ ਸਾਰਿਆਂ ਦੇ ਹਿਰਦਿਆਂ ਵਿੱਚ ਉਹ ਕੋਈ ਪਰਮਾਤਮਾ ਆਪ ਹੀ ਵਰਤ ਰਿਹਾ ਹੈ ਫਿਰ ਕਿਸ ਨੂੰ ਭਲਾ ਜਾ ਕੇ ਕਹਿਣਾ ਕਰੀਏ। ਕਹਿੰਦੇ ਨੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਚੁੱਪੇ ਚੰਗਾ ਨਾਨਕਾ ਵਿਣ ਨਾਵੇਂ ਮੋਹੇ ਗੰਧ। ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣ ਸਭ ਸੋਏ। ਸੋ ਜਿਹੜਾ ਅੰਤਰਜਾਮੀ ਸਭ ਕੁਝ ਜਾਣਦਾ ਹੈ ਸਭਨਾਂ ਦੇ ਸਰੀਰਾਂ ਦੇ ਵਿੱਚ ਹਿਰਦਿਆਂ ਵਿੱਚ ਉਹ ਆਪ ਹੀ ਵਸ ਰਿਹਾ ਉਹਦੇ ਅੱਗੇ ਭਲਾ ਬੋਲਣ ਦਾ ਕੀ ਮਤਲਬ ਹੋਇਆ। ਬਿਨਾਂ ਬੋਲਣ ਤੋਂ ਹੀ ਸਭ ਕੁਝ ਜਾਣਦਾ ਹੈ। ਅੰਤਰਜਾਮੀ ਹੈ ਪਾਤਸ਼ਾਹ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰ ਰਹੇ ਹਨ, ਸਭੇ ਥੋਕ ਵਿਸਾਰ। ਇਸ ਲਈ ਹੇ ਭਾਈ ਸਾਰੇ ਪਦਾਰਥਾਂ ਦੀ ਇੱਛਾ ਨੂੰ ਮੋਹ ਨੂੰ ਭੁਲਾ ਕਰਕੇ ਏਕੋ ਮਿਤ ਕਰ। ਇੱਕ ਅਦੁੱਤੀ ਬ੍ਰਹਮ ਨੂੰ ਆਪਣਾ ਮਿੱਤਰ ਬਣਾ ਲੈ। ਮਨ ਤਨ ਹੋਏ ਨਿਹਾਲ। ਸੋ ਫਿਰ ਤੇਰਾ ਮਨ ਹਿਰਦਾ ਅਤੇ ਤਨ ਸਰੀਰ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਪਾਪਾ ਰਹਿ ਹਰ। ਜੋ ਹਰੀ ਪ੍ਰਭੂ ਤੇਰੇ ਸਾਰੇ ਪਾਪਾਂ ਨੂੰ ਸਾੜ ਦੇਵੇਗਾ ਅਤੇ ਤੇਰਾ ਹਿਰਦਾ ਤੇ ਸਰੀਰ ਆਨੰਦ ਪ੍ਰਸੰਨ ਹੋ ਜਾਵੇਗਾ। ਮਨ ਖਿੜਿਆ ਹਰਿਆ ਬਾਗ। ਆਵਣ ਜਾਣਾ ਚੁੱਕੈ। ਇਹ ਭਾਈ ਫਿਰ ਤੇਰਾ ਸੰਸਾਰ ਵਿੱਚ ਜੰਮ ਕੇ ਆਉਣਾ ਅਤੇ ਮਰ ਕੇ ਜਾਣਾ ਚੁੱਕਿਆ ਜਾਵੇਗਾ। ਜਨਮ ਨ ਜਾਹੇ ਮਾਰ। ਅਤੇ ਨਾ ਹੀ ਦੁਬਾਰਾ ਜਨਮ ਹੋਵੇਗਾ ਅਤੇ ਨਾ ਹੀ ਮਰ ਕੇ
ਤੂੰ ਕਿਤੇ ਜਾਵੇਂਗਾ। ਸਚ ਨਾਮ ਆਧਾਰ ਪਰਮੇਸ਼ਰ ਦੇ ਸੱਚੇ ਨਾਮ ਦਾ ਹੀ ਆਸਰਾ ਲੈਣਾ ਕਰ। ਸੋਗ ਨਾ ਮੋਹਿ ਜਰ ਫਿਰ ਪਦਾਰਥਾਂ ਦੇ ਵਿਛੋੜੇ ਕਰਕੇ ਗਮ ਅਤੇ ਸੰਬੰਧੀ ਆਦਿਕ ਦੇ ਮੋਹ ਵਿੱਚ ਤੂੰ ਨਹੀਂ ਸੜੇਂਗਾ। ਨਾਨਕ ਨਾਮ ਨਿਧਾਨ। ਮਹਾਰਾਜ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ, ਮਨ ਮੈਂ ਸਾਂਝ ਧਾਰ ਉਸ ਨੂੰ ਆਪਣੇ ਮਨ ਹਿਰਦੇ ਵਿੱਚ ਇਕੱਤਰ ਕਰਕੇ ਰੱਖਣਾ ਕਰ। ਸ਼ਲੋਕ ਮਹਲਾ ਪੰਜਵਾ। ਇਹੀ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 1426 ਅੰਗ ਉੱਪਰ ਵੀ ਆਵੇਗਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਮਾਇਆ ਮਨ ਹੋ ਨਾ ਵਿਸਰੈ ਜੀਵਾਂ ਦੇ ਮਨ ਵਿੱਚੋਂ ਮਾਇਆ ਦੀ ਇੱਛਾ ਕਦੀ ਵੀ ਭੁੱਲਦੀ ਨਹੀਂ ਹੈ। ਮੰਗੈ ਦਮਾ ਦਮ ਉਹ ਸਗੋਂ ਹੋਰ ਦਮੜੇ ਹੀ ਦਮੜੇ ਧਨ ਤੇ ਧਨ ਮੰਗੀ ਜਾਂਦੇ ਨੇ, ਮੰਗੀ ਜਾਂਦੇ ਨੇ। ਪਹਿਲੀਆਂ ਨੋਟਾਂ ਨੂੰ ਭਾਵੇਂ ਸਲਾਬ ਕਰਕੇ ਉੱਲੀ ਲੱਗ ਜਾਏ, ਸਲਾਬ ਦੇ ਮੌਸਮ 'ਚ ਜੇ ਰੱਖ ਦਈਏ, 1 ਮਹੀਨਾ ਉਹਨਾਂ ਨੂੰ ਹੱਥ ਨਾ ਲਾਈਏ ਤੇ ਉਹਦੇ ਸੜਿਆਣ ਮਾਰਦੇ, ਉੱਲੀ ਮਾਰ ਜਾਂਦੇ ਨੇ, ਇੰਨੇ ਗੰਦਗੀ ਭਰੇ ਨੇ। ਇਸ ਵਾਸਤੇ ਉਹਨਾਂ ਨੂੰ ਭਾਵੇਂ ਚੂਹੇ ਖਾ ਜਾਣ, ਕੁੱਲੀ ਲੱਗ ਜਾਏ, ਉਹਨਾਂ ਬਾਰੇ ਭੁੱਲ ਜਾਣਾ ਹੈ ਤੇ ਸੋਚਣਾ ਵੀ ਦੂਜੀ ਦੀ ਜੇਬ 'ਚੋਂ ਵੀ ਸਾਡੇ ਕੋਲ ਆ ਜਾਏ ਮਾਇਆ, ਗੁਆਂਢੀਆਂ ਦੇ ਘਰੋਂ ਵੀ ਸਾਡੇ ਘਰ ਆ ਜਾਏ। ਇਉਂ ਦਮ ਦਮ ਭਾਵ ਸਵਾਸ ਸਵਾਸ ਸੁਪਨੇ ਵਿੱਚ ਵੀ ਉਹ ਮਾਇਆ ਹੀ ਮਾਇਆ ਮੰਗਦੇ ਰਹਿੰਦੇ ਨੇ। ਮਾਇਆ ਮਾਇਆ ਕਰ ਮੋਏ, ਹਾਏ ਮਾਇਆ ਕਰਦੇ ਹੀ ਮਰ ਗਏ। ਮਾਇਆ ਕਿਸੇ ਨਾ ਸਾਥ, ਹੰਸ ਚਲੇ ਉਠ ਡੁੰਮਣੋ, ਮਾਇਆ ਭੁੱਲੀ ਯਾਦ। ਇਸੇ ਪ੍ਰਕਾਰ ਮਾਇਆ ਮਨ ਹੋਦਾ ਵਿਸਰੈ ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲਾ ਸੁਭਾਅ ਜੀਵਨ ਦੇ ਮਨ ਦੇ ਵਿੱਚੋਂ ਭੁੱਲਦਾ ਨਹੀਂ ਹੈ। ਤ੍ਰਿਗੁਣ ਮਿਸ਼ਿਆ ਵੇਦਾ ਚਤੁਰਥ ਗੁਣੋ ਪਵਾਰ ਜਨ। ਮੰਗੈ ਦਮਾ ਦਮ ਚੌਥੇ ਪਦ ਦੀ ਕੋਈ ਸਾਰ ਸੰਭਾਲ ਨਹੀਂ ਜਾਣਦਾ। ਜੀਵਨ ਦੇ ਮਨ ਵਿੱਚੋਂ ਤ੍ਰਿਗੁਣੀ ਮਾਇਆ ਨਹੀਂ ਵਿਸਰਦੀ। ਇਹ ਜੀਵ ਸਵਾਸ ਸਵਾਸ ਤਿੰਨਾਂ ਗੁਣਾਂ ਵਿੱਚ ਫਸੇ ਹੋਏ ਪਦਾਰਥਾਂ ਨੂੰ ਹੀ ਮੰਗਦੇ ਰਹਿੰਦੇ ਹਨ। ਆ ਵੀ ਮਿਲ ਜਾਏ, ਉਹ ਵੀ ਮਿਲ ਜਾਏ। ਸਹਿਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਫੁਰਮਾਨ ਹੈ ਕਿ ਮਨ ਮਾਏ ਅਤਿਪਤ, ਅਤਿਪਤ ਮਨ ਮਾਏ। ਮਨ ਦੇ ਵਿੱਚ ਸੋ ਮਾਇਆ ਇਤਨੀ ਵਸੀ ਹੋਈ ਹੈ ਕਿ ਜੀਵ ਰੱਜਦਾ ਨਹੀਂ ਹੈ। ਕਰਮ ਕਰਤ ਸਸੋਕਰ ਹੈ, ਸੂਰਾਂ ਵਾਲੀ ਕਰਮ ਕਰਦਾ ਪਿਆ ਹੈ। ਸਵਾਸ ਸਵਾਸ ਤਿੰਨਾਂ ਗੁਣਾਂ ਵਿੱਚ ਫਸੇ ਹੋਏ ਪਦਾਰਥਾਂ ਨੂੰ ਹੀ ਮੰਗਦੇ ਰਹਿੰਦੇ ਹਨ। ਸੋ ਪ੍ਰਭ ਚੇਤਨਾ ਆਵਈ ਪਰ ਇਹਨਾਂ ਜੀਵਾਂ ਨੂੰ ਉਹ ਤਤਪਦ ਲਖਰਤ ਰੂਪ ਪਰਮਾਤਮਾ ਚੇਤੇ ਵਿੱਚ ਨਹੀਂ ਆਉਂਦਾ। ਨਾਨਕ ਨਹੀਂ ਕਰਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਹਨਾਂ ਜੀਵਾਂ ਦੇ ਸ੍ਰੇਸ਼ਟ ਕਰਮ ਹੀ ਨਹੀਂ ਹਨ। ਸ਼ਾਇਦ ਖਬਰਿਆ ਮਾੜੇ ਕਰਮਾਂ ਦੇ ਮਾਰੇ ਹੋਏ ਨੇ। ਇਹਨਾਂ ਉੱਪਰ ਕਰਮ ਨਾਮੇ ਕਿਰਪਾ ਹੀ ਨਹੀਂ ਹੈ ਗੁਰੂ ਸਾਹਿਬ ਦੀ, ਪਰਮਾਤਮਾ ਦੀ। ਇਹ ਵਾਹਿਗੁਰੂ ਨੂੰ ਭਲਾ ਚੇਤੇ ਕਿਵੇਂ ਕਰ ਸਕਦੇ ਨੇ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ, ਮਾਇਆ ਸਾਥ ਨਾ ਚੱਲਈ। ਇਹ ਜਿਹੜੀ ਮਾਇਆ ਹੈ ਅੰਤ ਨੂੰ ਪਰਲੋਕ ਦੇ ਵਿੱਚ ਨਾਲ ਨਹੀਂ ਚੱਲਦੀ। ਸਤਿਗੁਰੂ ਨਾਨਕ ਦੇਵ ਜੀ ਨੇ ਆਪ ਦੇ ਪਿਤਾ ਬਾਬਾ ਕਲਿਆਣ ਚੰਦ ਨੂੰ ਸਿੱਖਿਆ ਸਮਝਾਈ। ਬਾਬਾ, ਹੇ ਪਿਤਾ ਜੀ, ਹੇ ਬਾਬਾ ਕਲਿਆਣ ਚੰਦ ਜੀ, ਮਾਇਆ ਸਾਥ ਨਾ ਹੋਏ। ਜਿਸ ਮਾਇਆ ਲਈ ਤੁਸੀਂ ਮੈਨੂੰ ਖੇਤੀ ਕਰਨੀ ਕਹਿੰਦੇ ਹੋ, ਘੋੜਿਆਂ ਦਾ ਵਪਾਰ ਕਰਨਾ ਕਹਿੰਦੇ ਹੋ, ਹੱਟੀ ਕਰਨੀ ਕਹਿੰਦੇ ਹੋ,
ਇਹ ਮਾਇਆ ਮਰਨ ਦੇ ਵਕਤ ਜੀਵਾਤਮਾ ਦੇ ਨਾਲ ਨਹੀਂ ਜਾਂਦੀ। ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੁਝੈ ਕੋਏ। ਇਹ ਸਾਥ ਨਹੀਂ ਜਾਂਦੀ, ਪਰ ਇਸ ਮਾਇਆ ਨੇ ਸਾਰੇ ਜਗਤ ਨੂੰ ਮੋਹਿਆ ਹੋਇਆ। ਕੋਈ ਵਿਰਲਾ ਮਹਾਂਪੁਰਖ ਇਸ ਬਾਬਤ ਸਮਝਦਾ ਹੈ। ਕਿਆ ਲਪਟਾਵ ਹੈ ਅੰਧ, ਹੇ ਅਗਿਆਨੀ ਜੀਵ, ਤੂੰ ਕੀ ਇਸ ਮਾਇਆ ਦੇ ਨਾਲ ਲੰਬੜ ਹੋ ਰਿਹਾ ਹੈ। ਗੁਰ ਕੇ ਚਰਨ ਧਿਆਏ ਤੂੰ, ਹੇ ਭਾਈ, ਤੂੰ ਸਤਿਗੁਰਾਂ ਦੇ ਪ੍ਰਤੱਖ ਸ਼ਬਦ ਰੂਪ ਚਰਨ ਕਮਲਾਂ ਨੂੰ ਸਿਮਰਨ ਕਰ। ਟੂਟਹਿ ਮਾਇਆ ਬੰਧ, ਜਿਸ ਨਾਲ ਤੇਰੇ ਮਾਇਆ ਦੇ ਬੰਧਨ ਟੁੱਟ ਜਾਣਗੇ। ਔੜੀ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ, ਭਾਣੈ ਹੁਕਮ ਮਨਾਇਓ ਨ। ਉਸ ਸਮਰੱਥ ਪ੍ਰਭੂ ਨੇ ਆਪਣੀ ਰਜ਼ਾ ਦੇ ਅਨੁਸਾਰ ਜਿਸ ਮਨੁੱਖ ਤੋਂ ਆਪਣਾ ਹੁਕਮ ਮਨਾਉਣਾ ਕੀਤਾ ਹੈ, ਭਾਣੈ ਸੁਖ ਪਾਇਆ। ਉਸ ਨੇ ਪਰਮੇਸ਼ਰ ਦੀ ਰਜ਼ਾ ਵਿੱਚ ਹੀ ਸੁਖ ਸਰੂਪ ਜਾਂ ਆਤਮਿਕ ਸੁਖ ਨੂੰ ਪਾਇਆ ਹੈ। ਭਾਣੈ ਸਤਿਗੁਰ ਮਿਲਿਓ ਨ, ਆਪਣੇ ਹੁਕਮ ਵਿੱਚ ਹੀ ਜਿਸ ਨੂੰ ਸਤਿਗੁਰਾਂ ਦੇ ਨਾਲ ਮਿਲਾਉਣਾ ਕੀਤਾ ਹੈ, ਭਾਣੈ ਸੱਚ ਧਿਆਇਆ। ਉਸ ਨੇ ਹੁਕਮ ਦੇ ਵਿੱਚ ਰਹਿ ਕੇ ਹੀ ਸੱਚੇ ਨਾਮ ਨੂੰ ਧਿਆਇਆ ਹੈ। ਭਾਣੈ ਜੀਵੜ ਹੋਰ ਦਾਤ ਨਾਹੀ, ਪਰਮੇਸ਼ਰ ਦੇ ਭਾਣੇ ਨੂੰ ਮੰਨਣ ਜਿਤਨੀ ਵੱਡੀ ਹੋਰ ਕੋਈ ਬਖਸ਼ਿਸ਼ ਨਹੀਂ ਹੈ। ਸੱਚ ਆਖ ਸੁਣਾਇਆ। ਇਹ ਆਸਾ ਨੇ ਸੱਚਾ ਬਚਨ ਆ ਕੇ ਸੁਣਾਉਣਾ ਕੀਤਾ ਹੈ, ਅਰਥਾਤ ਭਾਣਾ ਮੰਨਣਾ ਬਹੁਤ ਔਖਾ ਹੈ। ਵੱਡੇ ਵੱਡੇ ਅਵਤਾਰ ਪੀਰ ਪੈਗੰਬਰਾਂ ਦੋਵੇਂ ਪਰਮੇਸ਼ਰ ਦਾ ਭਾਣਾ ਨਹੀਂ ਮੰਨਿਆ ਜਾਂਦਾ ਤੇ ਮੰਨਿਆ ਨਹੀਂ ਗਿਆ। ਕਿਸੇ ਕਵੀ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਨੇ। ਉਹ ਲਿਖਦਾ ਹੈ, ਕਹਿੰਦੇ ਨੇ, ਇਬਰਾਹੀਮ ਨੇ ਅੱਖੀਆਂ ਬੰਨ ਲਈਆਂ, ਮਾਰਨ ਲੱਗਾ ਸੀ ਫਿਰ ਤਲਵਾਰ ਰੋਇਆ। ਸਾਈਂ ਇਬਰਾਹੀਮ, ਜਿਸ ਦਾ ਇਸਮਾਈਲ ਪੁੱਤਰ, ਉਹਨੇ ਖੁਦਾ ਦੇ ਨਾਮ 'ਤੇ ਬਲੀ ਦੇਣ ਦਾ ਵਾਅਦਾ ਕੀਤਾ ਸੀ ਖੁਦਾ ਦੇ ਨਾਲ, ਪਰ ਜਿਸ ਵਕਤ ਉਹਨੂੰ ਮਾਰਨ ਲੱਗਾ ਤਾਂ ਕਹਿੰਦਾ ਕਿ ਮੈਂ ਆਪਦੀਆਂ ਅੱਖਾਂ ਦੇ ਨਾਲ ਕਿਵੇਂ ਇਹਨੂੰ ਮਰਦਾ ਵੇਖਾਂ, ਮੇਰੀ ਅੱਖਾਂ 'ਤੇ ਪੱਟੀ ਬੰਨ੍ਹ ਦੇਵੋ। ਪੱਟੀ ਬਣਾ ਲਈ। ਫਿਰ ਵੀ ਜਦ ਉਹ ਮਾਰਨ ਲੱਗਾ ਤੇ ਮੋਟੇ ਮੋਟੇ ਗਲੇਡੂ ਸੁੱਟੀ ਜਾਏ, ਪੱਟੀ ਦੇ ਵਿੱਚੋਂ ਹੀ ਰੋਈ ਜਾਏ। ਪੁੱਠੀ ਛੁਰੀ ਫੇਰਨ ਲੱਗ ਪਿਆ, ਨਾਲੇ ਪੁੱਠੀ ਛੁਰੀ ਫੇਰੀ ਜਾਏ ਨਾਲੇ ਰੋਈ ਜਾਏ। ਉਹਦੇ ਮਜ਼ਦੂਰਾਂ ਨੇ ਵੇਖਿਆ ਕਿ ਸਾਈਂ ਦੀ ਹਾਲਤ ਖਰਾਬ ਹੋ ਗਈ ਹੈ, ਇਹ ਬਲੀ ਨਹੀਂ ਦੇ ਸਕੇਗਾ। ਉਹਨਾਂ ਕੀ ਕੀਤਾ, ਇਸਮਾਈਲ ਪੁੱਤਰ ਪਰਾਂ ਕਰ ਲਿਆ, ਖਿੱਚ ਕੇ ਬੱਕਰਾ ਅੱਗੇ ਕਰ ਦਿੱਤਾ ਤੋ ਬੱਕਰਾ ਹੀ ਹਲਾਲ ਕਰ ਸਕਿਆ ਸੀ। ਇੱਕ ਈਦ ਹੁੰਦੀ ਹੈ, ਇੱਕ ਬਕਰੀਦ ਹੁੰਦੀ ਹੈ। ਬਕਰੀਦ ਦਾ ਮਤਲਬ ਜਿਸ ਦਿਨ ਖੁਦਾ ਦੇ ਨਾਮ 'ਤੇ ਮੁਸਲਮਾਨਾਂ ਦੇ ਪੈਗੰਬਰ ਇਬਰਾਹੀਮ ਸਾਈਂ ਨੇ ਆਪ ਦੇ ਪੁੱਤਰ ਦੀ ਬਲੀ ਦੇਣ ਦੀ ਬਜਾਏ ਬੱਕਰੀ ਦੀ ਬਲੀ ਦਿੱਤੀ, ਉਹਨੂੰ ਕਹਿੰਦੇ ਨੇ ਬਕਰੀਦ। ਬੱਕਰਾ ਹਲਾਲ ਕੀਤਾ। ਮੁਸਲਮਾਨ ਬੱਕਰਾ ਹਲਾਲ ਕਰਦੇ ਨੇ। ਅਭਿਮਨੂ ਦੀ ਸੁਣੀ ਜਦ ਮੌਤ ਅਰਜਨ, ਸਿੱਟ ਰਣ ਦੇ ਵਿੱਚ ਹਥਿਆਰ ਰੋਇਆ। ਜਦ ਅਭਿਮਨੂ ਦੀ ਮੌਤ ਸੁਣੀ ਮਹਾਂਭਾਰਤ ਦੇ ਯੁੱਧ ਵਿੱਚ, ਤੇ ਅਰਜਨ ਦੇ ਕੋਲੋਂ ਇੱਕ ਵੀ ਕਦਮ ਨਹੀਂ ਚੱਲਿਆ ਗਿਆ। ਉਹਨੇ ਉਸੇ ਵਕਤ ਹਥਿਆਰ ਸੁੱਟ ਦਿੱਤੇ ਤੇ ਰੋਣ ਲੱਗ ਪਿਆ। ਫਿਰ ਕ੍ਰਿਸ਼ਨ ਭਗਵਾਨ ਨੇ ਉਹਨੂੰ ਗੀਤਾ ਦਾ ਉਪਦੇਸ਼ ਦੇ ਕੇ ਤਗੜਾ ਕੀਤਾ
ਸੇਵਕ ਆਖਦਾ ਧੰਨ ਦਸ਼ਮੇਸ਼ ਪਿਤਾ, ਜਿਹੜਾ ਵਾਰ ਕੇ ਨਹੀਂ ਪਰਵਾਰ ਰੋਇਆ। ਸੇਵਕ ਕਵੀ ਕਹਿੰਦਾ ਕਿ ਦਸ਼ਮੇਸ਼ ਪਿਤਾ ਧੰਨ ਹੈ ਕਲਗੀਆਂ ਵਾਲਾ, ਜਿਸ ਨੇ ਆਪ ਦੇ ਚਾਰੇ ਪੁੱਤਰ ਹੀ, ਬਲਕਿ ਆਪ ਦੀ ਮਾਤਾ ਵੀ, ਆਪ ਜੀ ਦੇ ਪਿਤਾ ਜੀ ਵੀ, ਸਾਰੇ ਪਰਿਵਾਰ ਨੂੰ ਵੀ ਵਾਰ ਕੇ ਤੇ ਪ੍ਰਭੂ ਦਾ ਭਾਣਾ ਸਿਰ ਮੱਥੇ ਮੰਨਿਆ, ਰੋਏ ਨਹੀਂ। ਜਿੱਥੇ ਮਾਛੀਵਾੜੇ ਦਾ ਜੰਗਲ, ਉੱਥੇ ਜੰਡ ਕਰੀਰ ਦਾ ਦਰਖਤ ਹੈ, ਘੋੜਾ ਬੰਨ੍ਹ ਕੇ, ਵਾਹਿਗੁਰੂ, ਘੋੜਾ ਤਾਂ ਮਹਾਰਾਜ ਦੇ ਪਾਸ ਹੈ ਹੀ ਨਹੀਂ ਸੀਗਾ। ਸਤਿਗੁਰੂ ਮਹਾਰਾਜ ਨੇ ਉੱਥੇ ਖੂਹ ਸੀਗਾ, ਖੂਹ ਤੋਂ ਪਾਣੀ ਕੱਢ ਕੇ ਤੇ ਜਲ ਛਕਿਆ ਤੇ ਟਿੰਡ ਦਾ ਸਿਰਹਾਣਾ ਲਾ ਕੇ ਗੁਰੂ ਸਾਹਿਬ ਜੀ ਉੱਥੇ ਬਿਰਾਜਮਾਨ ਹੋਏ। ਆਪ ਦੇ ਖਿਆਲ ਦੇ ਵਿੱਚ ਮਸਤ ਹੋਇਆਂ ਨੇ, ਨੰਗੇ ਚਰਨ ਸਨ, ਚੋਲਾ ਲੀਰੋ ਲੀਰ ਹੋਇਆ ਪਿਆ ਸੀ, ਕੰਡੇ ਲੱਤਾਂ ਦੇ ਉੱਪਰ ਚਰਨਾਂ ਦੇ ਵਿੱਚ ਵੱਜੇ ਹੋਏ, ਖੂਨ ਹੀ ਖੂਨ। ਠੰਡ ਦੇ ਦਿਨ ਸਨ, ਪਰ ਫਿਰ ਵੀ ਸ਼ਸਤਰ ਦਾ ਵਿਸਾਹ ਨਹੀਂ ਕੀਤਾ। ਨੰਗੀ ਤਲਵਾਰ ਆਪਦੇ ਸੱਜੇ ਹੱਥ ਵਿੱਚ ਪਕੜ ਕੇ ਰੱਖੀ। ਲੇਟੇ ਹੋਇਆਂ ਨੇ ਵੀ ਤਲਵਾਰ ਨੂੰ ਨਹੀਂ ਤਿਆਗਿਆ, ਸਭ ਕੁਝ ਤਿਆਗ ਦਿੱਤਾ, ਪਰ ਸ਼ਸਤਰ ਦਾ ਵਿਸਾਹ ਨਹੀਂ ਕੀਤਾ। ਇੰਨਾ ਪਿਆਰ ਸੀ ਗੁਰੂ ਸਾਹਿਬ ਜੀ ਦਾ ਸ਼ਸਤਰਾਂ ਦੇ ਨਾਲ ਤੇ ਪ੍ਰਭੂ ਦੇ ਨਾਲ। ਪ੍ਰਭੂ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਆਪਦੀ ਮਸਤੀ ਵਿੱਚ ਗਾਉਣ ਲੱਗ ਪਏ। ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਹੇ ਪਰਮਾਤਮਾ, ਅਸੀਂ ਤੇਰੇ ਪਿਆਰ ਰੰਗ ਵਿੱਚ ਰੰਗੇ ਹੋਏ ਹਾਂ। ਸਾਨੂੰ ਰੂੜਾਂ ਦੀ ਕੰਢਿਆਂ ਦੀ ਸੇਜਾ ਵੀ ਸ਼ੋਭਨੀਕ ਹੈ, ਪਰ ਜਿਹੜੇ ਤੇਰੇ ਪਿਆਰ ਤੋਂ ਵਾਂਝੇ ਨੇ, ਤੇਰੇ ਭਾਣੇ ਤੋਂ ਬਗੈਰ ਨੇ, ਰਜਾਈਆਂ ਨੂੰ ਉੱਪਰ ਲੈ ਕੇ ਸੋਹਣੀ ਗਦੇਲੀਆਂ ਦੇ ਉੱਪਰ ਸੌਣਾ ਵੀ ਨਾਗਾਂ ਦੇ ਨਿਵਾਸਾਂ ਵਿੱਚ ਰਹਿਣ ਦੇ ਬਰਾਬਰ ਹੈ। ਸੂਲ ਸੁਰਾਹੀ ਖੰਜਰ ਪਿਆਲਾ, ਜੋ ਸੁਰਾਹੀਆਂ 'ਚ ਪਾ ਕੇ ਸ਼ਰਾਬ ਨੂੰ ਪਿਆਲਿਆਂ ਦੇ ਵਿੱਚ 50-50 ਕਰਕੇ ਖੜਕਾ ਕੇ ਪੀਣਾ ਹੈ, ਇਹ ਸੂਲ ਦੀ ਤਰ੍ਹਾਂ ਦੁੱਖ ਦੇਣ ਵਾਲਾ ਹੈ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਬਿੰਗ ਨਾਮ ਹੈ ਸ਼ੁਰੇ ਦਾ, ਕਸਾਈਆਂ ਦੇ ਸ਼ੁਰਾ ਸਹਾਰਨ ਦੀ ਤਰ੍ਹਾਂ ਹੈ। ਯਾਰੜੇ ਦਾ ਸਾਨੂੰ ਸੱਤਰ ਚੰਗਾ, ਯਾਰ ਪਿਆਰੇ ਵਾਹਿਗੁਰੂ ਦਾ ਸਾਨੂੰ ਪੁੰਜੇ ਸੋਹਣਾ ਚੰਗਾ ਹੈ। ਯਾਰੜੇ ਦਾ ਸਾਨੂੰ ਸੱਤਰ ਚੰਗਾ, ਪੱਠ ਖੇੜਿਆਂ ਦੇ ਰਹਿਣਾ, ਖੇੜਿਆਂ ਨਗਰਾਂ ਦੇ ਵਿੱਚ ਰਹਿਣਾ, ਪੱਠ 'ਚ ਪਏ ਅੱਗ ਦੀ ਤਰ੍ਹਾਂ, ਉਹ ਸਾੜਨ ਵਾਲਾ ਹੈ, ਦੁੱਖ ਦੇਣ ਵਾਲਾ ਹੈ। ਇਸ ਲਈ ਪਾਣੀ ਜਿੱਡੀ ਵੱਡੀ ਹੋਰ ਕੋਈ ਦਾਤ ਨਹੀਂ ਹੈ। ਇਹ ਤੁਹਾਨੂੰ ਸੱਚਾ ਵਚਨ ਕਹਿ ਕੇ ਸੁਣਾਇਆ ਹੈ। ਭਾਣਾ ਮੰਨਣਾ ਬੜਾ ਔਖਾ ਹੈ। ਬੜੇ ਬੜੇ ਅਵਤਾਰ ਪੀਰ ਪੈਗੰਬਰਾਂ ਨੂੰ ਵੀ ਪਰਮੇਸ਼ਰ ਦਾ ਭਾਣਾ ਨਹੀਂ ਮੰਨਿਆ ਗਿਆ। ਉਹ ਵੀ ਸਰੀਰਕ ਔਖ ਸਮੇਂ ਦੁਖੀ ਹੋ ਕੇ ਰੋਏ ਨੇ। ਈਸਾ ਜੀ ਨੂੰ ਜਦ ਸਲੀਬ 'ਤੇ ਟੰਗਿਆ ਗਿਆ ਤਾਂ ਉਹਨੇ ਵੀ ਸਵਾਲ ਕੀਤਾ ਸੀ ਕਿ ਯਾ ਖੁਦਾ, ਮੇਰਾ ਕਸੂਰ ਕੀ ਹੈ? ਕਸੂਰ ਤਾਂ ਦੱਸ, ਇਹ ਲੋਕ ਮੇਰੇ ਕਿਉਂ ਮਗਰ ਪਏ ਹੋਏ ਨੇ, ਮੈਨੂੰ ਕਿਉਂ ਸਲੀਬ 'ਤੇ ਟੰਗ ਦਿੱਤਾ? ਉਹਨੇ ਵੀ ਆਪ ਦਾ ਕਸੂਰ ਪੁੱਛਿਆ ਸੀ। ਪਰ ਧੰਨ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਤਤੀ ਤਵੀ 'ਤੇ ਬੈਠ ਕੇ ਗੁਰਸਿੱਖਾਂ ਨੂੰ ਭਾਣਾ ਮੰਨਣ ਦੀ ਇਜਾਜ਼ਤ ਸਿਖਾਈ। ਸਾਈਂ ਮੀਆਂ ਮੀਰ ਵਰਗੇ ਬ੍ਰਹਮ ਗਿਆਨੀ ਵੀ ਗਸ਼ ਖਾ ਕੇ ਧਰਤੀ 'ਤੇ ਡਿੱਗ ਪਏ। ਮਾਰੇ ਕਹਿੰਦੇ, ਸਾਈਂ ਜੀ ਕੀ ਹੋਇਆ? ਕਹਿੰਦੇ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਇੱਟ ਦੀ ਇੱਟ ਨਾਲ ਖੜਕਾ, ਲਾਹੌਰ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਆਂ, ਆਗਿਆ ਦੇਵੋ। ਸਤਿਗੁਰੂ ਜੀ ਕਹਿੰਦੇ, ਉੱਪਰ ਨੂੰ ਦੇਖ, 84 ਸਿੱਧ 9 ਨਾਥ, ਜਿੰਨੇ ਪੀਰ ਪੈਗੰਬਰ ਔਲੀਆ ਅਵਤਾਰ ਸ਼ਕਤੀਆਂ ਵਾਲੇ
ਸਭ ਹੱਥ ਜੋੜ ਕੇ ਗੁਰੂ ਜੀ ਤੋਂ ਆਗਿਆ ਮੰਗ ਰਹੇ ਨੇ, ਪਰ ਗੁਰੂ ਜੀ ਮਹਾਰਾਜ ਇਹ ਕਹਿ ਰਹੇ ਨੇ ਸਾਡੇ ਪਾਣੀ ਵਿੱਚ ਦਖਲ ਨਾ ਦਿਓ। ਕਹਿਣ ਲੱਗੇ ਜੀ ਇੰਨੇ ਸਮਰੱਥ ਹੁੰਦੇ ਹੋਏ ਫਿਰ ਆਪ ਇੰਨਾ ਕਸ਼ਟ ਸਹਾ ਰਹੇ ਹੋ। ਮਹਾਰਾਜ ਕਹਿੰਦੇ ਸਾਈਂ ਜੀ ਤੇਰੇ ਬ੍ਰਹਮ ਗਿਆਨ ਵਿੱਚ ਕਚਿਆਈ ਹੈ, ਤੇਰਾ ਬ੍ਰਹਮ ਗਿਆਨ ਕੱਚਾ ਹੈ। ਵੇਖ ਵਾਹਿਗੁਰੂ ਤੋਂ ਬਗੈਰ ਹੋਰ ਕੌਣ ਹੈ ਜੋ ਇਹ ਦੁੱਖ ਦੇ ਸਕਦਾ? ਇਹ ਸਾਡਾ ਆਪ ਦਾ ਹੁਕਮ ਹੈ। ਇਹਦਾ ਨੇ ਪੁੰਨ ਬੜੇ ਨੇ, ਤਪ ਤੇਜ ਬਹੁਤ ਹੈ, ਇਹਨਾਂ ਦੀਆਂ ਜੜ੍ਹਾਂ ਖੋਖਲੀਆਂ ਕਰਨੀਆਂ ਨੇ, ਇਹਨਾਂ ਦਾ ਤਪ ਤੇਜ ਖਤਮ ਕਰਕੇ ਧਰਮ ਦਾ ਰਾਜ ਕਾਇਮ ਕਰਨਾ ਹੈ। ਕੋਈ ਚੰਦੂ ਨਹੀਂ, ਕੋਈ ਜਹਾਂਗੀਰ ਨਹੀਂ ਜਿਹੜਾ ਸਾਨੂੰ ਦੁੱਖ ਦੇ ਸਕੇ। ਇਹ ਸਾਡੇ ਆਪ ਦੇ ਹੁਕਮ ਮੁਤਾਬਕ ਹੈ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹੇ ਵਾਹਿਗੁਰੂ ਤੇਰਾ ਕੀਤਾ ਹੋਇਆ ਸਾਨੂੰ ਮਿੱਠਾ ਕਰਕੇ ਲੱਗੇ, ਅਸੀਂ ਤਾਂ ਹੇ ਹਰੀ ਤੇਰੇ ਨਾਮ ਦੇ ਪਦਾਰਥ ਨੂੰ ਮੰਗਦੇ ਹਾਂ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਵੇਖੋ ਬੰਦ ਕਟਵਾ ਗਏ। ਬਾਬਾ ਤਾਰੂ ਸਿੰਘ ਜੀ ਵਰਗੇ ਸਿੰਘ ਆਪ ਦਾ ਖੋਪਰਾ ਲਵਾ ਗਏ। ਅਨੇਕਾਂ ਗੁਰਸਿੱਖਾਂ ਨੇ ਪਰਮੇਸ਼ਰ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦੇ ਹੋਇਆਂ ਨੇ ਸ਼ਹਾਦਤ ਦਾ ਜਾਮ ਪੀਤਾ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਇਹ ਪੰਕਤੀ ਪੜ੍ਹਨ ਤੱਕ ਭਾਈ ਮਨੀ ਸਿੰਘ ਜੀ ਦਾ ਸਰੀਰ ਟੋਟੇ ਟੋਟੇ ਕਰਕੇ ਜਲਾਦ ਨੇ ਟੋਕਰੀ ਵਿੱਚ ਪਾ ਲਿਆ ਸੀ, ਪਰ ਭਾਣਾ ਮਿੱਠਾ ਕਰਕੇ ਮੰਨਣ ਦੀ ਬਖਸ਼ਿਸ਼ ਵੇਖੋ। ਉਹਨਾਂ ਨੂੰ ਦੁੱਖ ਨਹੀਂ ਲੱਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਜਿਵੇਂ ਕੋਈ ਕੋਠੇ ਨੂੰ ਕੁੱਟੀ ਜਾਏ, ਵਿੱਚ ਬੈਠੇ ਬੰਦੇ ਨੂੰ ਕੁਝ ਨਹੀਂ ਹੁੰਦਾ, ਇਉਂ ਸਰੀਰ ਤੋਂ ਪਰੇ ਹੋ ਕੇ ਕੌਤਕ ਵਰਤਾਇਆ ਹੈ। ਬਾਕੀ ਦਾ ਸਾਰਾ ਪਾਠ ਉਹਨਾਂ ਬੰਦ ਕੱਟਿਆਂ ਵਿੱਚੋਂ ਆਵਾਜ਼ ਆਉਂਦੀ ਰਹੀ ਉੱਚੀ ਬੋਲ ਕੇ, ਦੁਖ ਰੋਗ ਬਿਨਸੇ ਪੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ, ਸਭ ਤੇ ਉਗਜ ਤਾਕੀ ਸੋਭਾ ਬਣੀ, ਨਾਨਕੇ ਗੁਣ ਨਾਮ ਸੁਖ ਮਨੀ ਕਹਿ ਕੇ ਫਤਿਹ ਬੁਲਾ ਕੇ ਫਿਰ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਆਪ ਦਾ ਸਰੀਰ ਸ਼ਾਂਤ ਕੀਤਾ, ਉਹਨਾਂ ਚਿਰ ਜੀਵਤ ਰਹੇ। ਟੋਟਿਆਂ ਦੇ ਵਿੱਚੋਂ ਕੱਟੇ ਹੋਏ ਬੰਦਾਂ ਦੇ ਵਿੱਚੋਂ ਵੀ ਉਹਨੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਧੰਨ ਬਾਬਾ ਤਾਰੂ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹੇ। ਜ਼ਕਰੀਆ ਨੂੰ ਅਲਰਟ ਕਰ ਦਿੱਤਾ ਸੀ ਕਿ ਪੁੱਤ ਮੈਂ ਤਾਂ ਪਾਣੀ ਵਿੱਚ ਰਹਿ ਕੇ ਸ਼ਹਾਦਤ ਪ੍ਰਾਪਤ ਕਰਨੀ ਹੀ ਕਰਨੀ ਹੈ, ਮੇਰੇ ਗੁਰੂ ਦਾ ਹੁਕਮ ਹੈ। ਬਿਨ ਸਿਰ ਦਿੱਤਿਆਂ ਸੀ ਧਰਮ ਨਹੀਂ ਰਹਿਣਾ, ਸਿਰ ਦਿੱਤਿਆਂ ਬਿਨਾਂ ਸਿਰ ਦਿੱਤਿਆਂ ਤੋਂ ਧਰਮ ਨਹੀਂ ਰਹਿਣਾ। ਸਿਰ ਦੇ ਕੇ ਪੂਰਾ ਸਵਾਲ ਕਰੀਏ, ਆਏ ਸਵਾਲੀ ਨੂੰ ਖਾਲੀ ਮੋੜੀਏ ਨਾ। ਬਾਹੀਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾਹੀਂ ਨਾ ਛੋੜੀਏ, ਮੇਰੇ ਗੁਰੂ ਸਾਹਿਬ ਦਾ ਹੁਕਮ ਹੈ। ਗੁਰਾਂ ਨੇ ਭਾਣਾ ਮੰਨਣਾ ਸਿਖਾਇਆ ਹੈ। ਵਾਹਿਗੁਰੂ ਦੇ ਭਾਣੇ ਵਿੱਚ ਗੁਰੂ ਜੀ ਦੇ ਪਿਆਰ ਖਾਤਰ ਮਹਾਰਾਜ ਦੀ ਪ੍ਰਸੰਨਤਾ ਲਈ ਸਿੱਖੀ ਤੋਂ ਸੀਸ ਵਾਰਨਾ ਹੀ ਵਾਰਨਾ ਹੈ। ਪਰ ਤੂੰ ਜਿਉਂਦਾ ਨਹੀਂ ਰਹਿ ਸਕਦਾ। ਪਹਿਲਾਂ ਤੈਨੂੰ ਆਪ ਦੀ ਜੁੱਤੀ ਦੀ ਨੋਕ ਅੱਗੇ ਲਾ ਕੇ, ਫਿਰ ਤੈਨੂੰ ਨਰਕਾਂ 'ਚ ਸੁੱਟ ਕੇ, ਫਿਰ ਮੈਂ ਅੱਗੇ ਆਪ ਸੱਚਖੰਡ ਜਾਵਾਂਗਾ। ਇਹ ਗੱਲ ਦਾ ਚੇਤਾ ਰੱਖ ਲਈ, ਜੋ ਤੂੰ ਕਰਨਾ ਕਰ ਲੈ। ਜ਼ਕਰੀਆ ਨੇ ਭਾਈ ਸਾਹਿਬ ਦੀ ਗੱਲ ਨੂੰ ਸੁਣੀ ਅਣਸੁਣੀ ਕਰ ਦਿੱਤਾ। ਮੋਚੀ ਨੂੰ ਬੁਲਾ ਕੇ ਕੇਸਾਂ ਸਮੇਤ ਖੋਪਰਾ ਤੋਂ ਰਾਹ ਦਿੱਤਾ। ਭਾਈ ਸਾਹਿਬ 22 ਦਿਨ ਸਮਾਧੀ ਵਿੱਚ ਲੀਨ ਰਹੇ। ਇੱਧਰ ਜ਼ਕਰੀਆ ਦਾ ਪਿਸ਼ਾਬ ਬੰਦ ਹੋ ਗਿਆ। ਬੜੇ ਇਲਾਜ ਉਪਚਾਰ ਕਰਾਏ, ਪਰ ਕੋਈ ਕਾਰਗਰ ਸਿੱਧ ਨਾ ਹੋਇਆ। ਆਖਰ ਭਾਈ ਸ਼ਬੀਕ ਸਿੰਘ ਦੀ ਰਾਹੀਂ ਸਿੰਘਾਂ ਦੇ ਕੋਲ ਅਰਦਾਸ ਬੇਨਤੀ ਭੇਜੀ। ਖਾਲਸੇ ਨੇ ਹੁਕਮ ਲਾਇਆ ਕਿ ਭਾਈ ਸਾਹਿਬ ਨੇ ਬਚਨ ਕੀਤਾ ਸੀ ਕਿ ਜੁੱਤੀ ਦੀ ਨੋਕ ਅੱਗੇ ਲਾ ਕੇ ਨਰਕਾਂ 'ਚ ਪਾਵਾਂਗੇ। ਭਾਈ ਸਾਹਿਬ ਦਾ ਜੋੜਾ ਲੈ ਕੇ ਆਓ, ਉਹਦੇ ਸਿਰ ਵਿੱਚ ਮਾਰੋ।
ਖਾਲਸਾ ਸਰਕਾਰ ਦਾ ਹੁਕਮ ਹੈ ਕਿ ਲਾਹੌਰ ਦੀ ਸਮੇਂ ਦੀ ਸਰਕਾਰ ਦੇ ਸਿਰ ਉੱਪਰ ਖਾਲਸੇ ਦੀ ਜੁੱਤੀ ਵੱਜੇ। ਸੱਚਮੁੱਚ ਹੀ ਜਹਾਂਗੀਰ ਆਪ ਕਹਿ ਕੇ ਜੁੱਤੀਆਂ ਮਰਾਉਂਦਾ ਰਿਹਾ, ਕਹਿੰਦਾ ਹੋਰ ਜ਼ੋਰ ਦੀ ਮਾਰੋ, ਮੈਨੂੰ ਪਿਸ਼ਾਬ ਸੌਖਾ ਆਉਂਦਾ। 22 ਦਿਨ ਲਗਾਤਾਰ ਜੁੱਤੀਆਂ ਖਾਂਦਾ, ਸਵਾਸ 'ਤੇ ਆ ਗਿਆ। ਧਰਮਸ਼ਾਲਾ ਦੇ ਵਿੱਚ ਮਲਮ ਪੱਟੀ ਕੀਤੀ, ਭਾਈ ਸਾਹਿਬ ਦੀ ਢੋਲ ਲਵਾ ਕੇ ਸੰਗਤਾਂ ਨੇ ਬਿਠਾਇਆ ਹੋਇਆ ਸੀ। ਅਤੇ ਆ ਕੇ ਸੰਗਤਾਂ ਨੇ ਆਖਿਆ ਕਿ ਭਾਈ ਸਾਹਿਬ ਜੀ ਜ਼ਕਰੀਆ ਮਾਰਿਆ ਗਿਆ ਹੈ, ਆਪ ਦਾ ਬਚਨ ਪੂਰਾ ਹੋਇਆ, ਉਹ ਤੁਹਾਡੀਆਂ ਜੁੱਤੀਆਂ ਨਾ ਸਹਾਰਦਾ ਹੋਇਆ ਸਰੀਰ ਤਿਆਗ ਗਿਆ ਹੈ। ਉਸੇ ਵਕਤ ਹੀ ਭਾਈ ਸਾਹਿਬ ਵਾਹਿਗੁਰੂ ਵਾਹਿਗੁਰੂ ਕਰਦੇ ਆਪ ਦੇ ਸਵਾਸ 'ਤੇ ਆ ਕੇ ਸੱਚਖੰਡ ਪਰਲੋਕ ਗਮਨ ਕਰ ਗਏ। ਧੰਨ ਬਾਬਾ ਮਤੀ ਦਾਸ ਜੀ, ਜਿਨ੍ਹਾਂ ਨੇ ਆਪ ਦਾ ਜਿਹੜਾ ਸੀਸ ਸੀ ਆਰੇ ਨਾਲ ਚਰਵਾਇਆ। ਬਾਬੇ ਤਾਰੂ ਸੋ ਨੇ ਖੋਪਰਾ ਲੁਹਾਇਆ ਅਤੇ ਭਾਈ ਮਤੀ ਦਾਸ ਨੇ ਤਨ ਆਰੇ ਨਾਲ ਚਰਵਾਇਆ। ਆਖਿਆ ਕਿ ਜਿਹੜਾ ਮੇਰਾ ਮੁਖ ਹੈ ਗੁਰ ਪਿੰਜਰੇ ਵੱਲ ਹੋਵੇ, ਜਦ ਮੈਂ ਸ਼ਹਾਦਤ ਪ੍ਰਾਪਤ ਕਰਾਂ, ਮੇਰੀ ਇੱਕੋ ਹੀ ਅੰਤਮ ਇੱਛਾ ਹੈ ਕਿ ਮੇਰਾ ਮੂੰਹ ਮੇਰੇ ਸਤਿਗੁਰੂ ਨਾਵੇਂ ਪਾਤਸ਼ਾਹ ਦੇ ਪਿੰਜਰੇ ਵੱਲ ਕਰ ਦਿਓ, ਮੈਂ ਦਰਸ਼ਨ ਦਿਦਾਰੇ ਕਰਦਿਆਂ ਸਵਾਸ ਤਿਆਗਾਂ। ਸੀਸ 'ਤੇ ਆਰਾ ਰੱਖਦਿਆਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਪੰਜ ਪ੍ਰਮਾਣ ਦਾ ਪਾਠ ਆਇਆ, ਸਰੀਰ 2 ਫਾੜ ਹੋ ਗਿਆ, ਪਰ ਜਪਜੀ ਸਾਹਿਬ ਦਾ ਪਾਠ ਨਹੀਂ ਭੁਲਾਇਆ। ਪੂਰਾ ਪਾਠ ਕਰਕੇ ਕੀਤੀ ਛੁੱਟੀ ਨਾਲ ਕਹਿ ਕੇ ਫਤਿਹ ਬੁਲਾ ਕੇ ਫਿਰ ਪਰਲੋਕ ਗਮਨ ਕੀਤਾ। ਇਸ ਤਰ੍ਹਾਂ ਭਾਈ ਦਿਆਲਾ ਜੀ ਦੇਗ ਦੇ ਵਿੱਚ ਉਬਾਲੇ ਗਏ। ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ, ਪਰ ਗੁਰਸਿੱਖਾਂ ਨੇ ਧੀਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਦਰਸ਼ਨ ਹਰ ਦੇਖਣ ਗਏ ਤਾਈ। ਤੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਗਏ ਤਾਈ। ਕਿਰਪਾ ਕਰੇ ਤਾਂ ਸਤਿਗੁਰੂ ਮਿਲੈ, ਹਰ ਹਰ ਨਾਮ ਤੇ ਆਈ। ਇਉਂ ਭਾਣੇ ਜੀਵੜ ਹੋਰ ਦਾਤ ਨਾਹੀ, ਸੱਚ ਆਖ ਸੁਣਾਇਆ। ਇਹ ਸੱਚਾ ਬਚਨ ਕਹਿ ਕੇ ਤੁਹਾਨੂੰ ਸਰਵਣ ਕਰਵਾਇਆ ਕਿ ਭਾਣਾ ਮੰਨਣ ਜੱਟੀ ਵੱਡੀ, ਦੁਨੀਆ ਵਿੱਚ ਹੋਰ ਕੋਈ ਦਾਤ ਨਹੀਂ ਹੈ। ਪੂਰਬ ਲਿਖਿਆ, ਜਿਨ੍ਹਾਂ ਦੇ ਮੱਥੇ 'ਤੇ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਉਤਮ ਲੇਖ ਲਿਖਿਆ ਹੋਇਆ ਹੈ। ਤਿਨ ਸੱਚ ਕਮਾਇਆ, ਤਿਨਾਂ ਨੇ ਸੱਚੇ ਉਪਦੇਸ਼ ਵਾਹਿਗੁਰੂ ਨਾਮ ਨੂੰ ਕਮਾਇਆ, ਭਾਵ ਸਿਮਰਨ ਕੀਤਾ ਹੈ। ਨਾਨਕ ਤਿਸ ਸਰਣਾਗਤੀ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਤਿਸ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਹਾਂ, ਜਿਨ ਜਗਤ ਉਪਾਇਆ, ਜਿਸ ਪਰਮੇਸ਼ਰ ਨੇ ਸਾਰੇ ਜਗਤ ਸੰਸਾਰ ਨੂੰ ਪੈਦਾ ਕੀਤਾ ਹੈ। ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਾਰੂ ਦੀ ਵਾਰ ਦਾ ਇਹ 22ਵਾਂ ਸ਼ਲੋਕ ਉਚਾਰ ਰਹੇ ਹਨ। ਜਿਨ ਕੋ ਅੰਦਰ ਗਿਆਨ ਨਹੀਂ, ਹੇ ਭਾਈ, ਜਿਨ੍ਹਾਂ ਦੇ ਹਿਰਦੇ ਅੰਦਰ ਸਰੂਪ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਭੈ ਕੀ ਨਾਹੀ ਬਿੰਦ, ਅਤੇ ਪਰਮੇਸ਼ਰ ਦੇ ਭੈ ਡਰ ਦੀ ਵੀ ਗਿਆਤ ਨਹੀਂ ਹੈ। ਨਾਨਕ ਮੋਇਆ ਕਾ ਕਿਆ ਮਾਰਣਾ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਪਰਮੇਸ਼ਰ ਤੋਂ ਮਰੇ ਹੋਇਆਂ ਦਾ ਹੋਰ ਕੀ ਮਾਰਨਾ ਹੈ। ਜੇ ਆਪ ਮਾਰੇ ਗੋਵਿੰਦ, ਜਿਹੜੇ ਪਰਮੇਸ਼ਰ ਨੇ ਆਪ ਬੇਮੁਖ ਜਾਣ ਕੇ ਆਪਣੇ ਵੱਲੋਂ ਮਾਰੇ ਹੋਏ ਹਨ। ਮਹਲਾ ਤੀਜਾ। ਕਿਸੇ ਪੰਡਤ ਨੇ ਸਤਿਗੁਰਾਂ ਪਾਸ ਆ ਕੇ ਕਿਹਾ ਕਿ ਮਹਾਰਾਜ, ਆਪਣੇ ਸਿੱਖਾਂ ਨੂੰ ਪੱਤਰੀ ਵਾਚਨ ਦੀ ਸਿੱਖਿਆ ਵੀ ਦਿਆ ਕਰੋ। ਤਦੋਂ ਉੱਤਰ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਹਨ। ਮਨ ਕੀ ਪਤਰੀ ਵਾਚਣੀ, ਇਹ ਪੰਡਤ ਜੀ, ਆਪਣੇ ਮਨ ਦੀ ਹੀ ਪੱਤਰੀ ਮਤਲਬ ਜੰਤਰੀ ਪੜ੍ਹਨੀ ਚਾਹੀਦੀ ਹੈ। ਭਾਵ ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਰੋਕ ਕੇ ਗਿਆਨ ਦੀ ਪ੍ਰਾਪਤੀ ਦੀ ਵਿਚਾਰ ਕਰਨੀ ਚਾਹੀਦੀ ਹੈ। ਕਹਿੰਦੇ ਰਾਹੂ ਕੇਤੂ ਦੋਏ ਬੈਲ ਹਮਾਰੇ, 60 ਸਤੀ ਹੈ ਖੇਤੀ,
ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆਵੇ ਛੇਤੀ। ਪੰਡਤਾਂ ਦੀ ਜਿਵੇਂ ਜੱਟਾਂ ਦੀ ਪੈਲੀ ਹੁੰਦੀ ਹੈ, ਬਾਣੀਆਂ ਦੀ ਦੁਕਾਨ ਹੁੰਦੀ ਹੈ, ਪੰਡਤਾਂ ਦੀ ਪੱਤਰੀ ਹੋਈ ਪੈਲੀ ਹੈ ਅਤੇ ਪੱਤਰੀ ਹੋਈ ਦੁਕਾਨ ਹੈ ਅਤੇ ਪੱਤਰੀ ਵਪਾਰ ਹੈ। ਇੱਥੇ ਭੇਵੇ ਤੁਸੀਂ ਜਾਓ। ਪੰਡਤਾਂ ਦੇ ਮੁੰਡੇ ਅੱਜ ਕੱਲ੍ਹ ਕੋਈ ਧਰਮ ਨਹੀਂ ਰਿਹਾ, ਕਹਿੰਦੇ ਮੈਂ ਸੁਣਿਆ, ਮੈਂ ਗਿਆ ਤਾਂ ਹੈ ਨਹੀਂ, ਲੋਕਾਂ ਕੋਲੋਂ ਸੁਣਿਆ ਵੀ ਉਹ ਜਿੰਨੇ ਵੀ ਜੇਬਾਂ 'ਚ ਰੁਪਈਏ ਹੁਣ 50,000 ਜਾਂ 60,000 ਉਹ ਆਨੇ ਬਹਾਨੇ ਖਾਲੀ ਕਰ ਦਿੰਦੇ ਨੇ। ਇੰਨਾ ਤਰਸ ਨਹੀਂ ਕਰਦੇ ਵੀ ਬੰਦਾ ਕਹੇ ਮੇਰੇ ਕੋਲ ਕਿਰਾਇਆ ਨਹੀਂ ਹੈ, ਕਿਰਾਇਆ ਵੀ ਨਹੀਂ ਛੱਡਦੇ। ਇੰਨੇ ਭੁੱਖੇ ਨੇ ਅਰ ਇੰਨਾ ਬੇੜਾ ਬੈਠਾ ਹੋਇਆ ਵੀ ਸ਼ਰਾਬਾਂ ਪੀਂਦੇ ਨੇ, ਮੀਟ ਮੁਰਗੇ ਖਾਂਦੇ ਨੇ। ਉਹਨਾਂ ਕੋਲ ਵੱਡੀਆਂ ਵੱਡੀਆਂ ਵਹੀਆਂ ਨੇ ਉਹਨਾਂ ਦੇ ਪਿਓ ਦਾਦੀਆਂ ਦੀਆਂ। ਜਿਸ ਤਰ੍ਹਾਂ ਜ਼ਮੀਨ ਕਿਸੇ ਦੇ ਨਾਂ ਲਵਾਈ ਦੀ, ਇਸ ਤਰ੍ਹਾਂ ਉਹ ਆਪਦੇ ਧੀਆਂ ਪੁੱਤਾਂ ਨੂੰ ਵਹੀਆਂ ਜਾਇਦਾਦ 'ਚ ਦਿੰਦੇ ਨੇ। ਉਹਨਾਂ ਵਹੀਆਂ ਦੇ ਵਿੱਚ ਸਾਰਾ ਲਿਖਤ ਪੜਤ ਜੋ ਟੋਟਲ ਲੋਕ ਜਾ ਕੇ ਉੱਥੇ ਫੁੱਲ ਪਾਉਂਦੇ ਨੇ, ਕਈ ਤਾਂ ਗੰਗਾ 'ਤੇ ਪਾਉਂਦੇ ਨੇ, ਉੱਥੇ ਵੀ ਪੱਤਰੀਆਂ ਉਹਨਾਂ ਕੋਲ ਵਹੀਆਂ ਖਾਤੇ ਪਏ ਹੋਏ ਨੇ। ਪੱਤਰੀ ਵੈਸੇ ਜੰਤਰੀ ਦਾ ਹੈ, ਜਿਹ 'ਚ ਸਾਹਸ ਦਵਾਉਂਦੇ ਨੇ। ਪਰ ਮੈਂ ਪਖੰਡ ਦਾ ਵਰਣਨ ਕਰ ਰਿਹਾ ਵੀ ਲੋਕਾਂ ਦਾ ਅੰਧ ਵਿਸ਼ਵਾਸ ਹੈ ਵੀ ਜੇ ਪੰਡਤ ਨੇ ਗਤੀ ਨਾ ਕੀਤੀ ਤਾਂ ਸਾਡੇ ਬੁੱਢੇ ਦੀ ਗਤੀ ਨਹੀਂ ਹੋਣੀ। ਉਹ ਭਾਵੇਂ ਪੰਡਤ ਦੇ ਗਤੀ ਕੀਤਿਆਂ ਵੀ ਉਹ ਭੂਤਨਾ ਬਣ ਕੇ ਘਰਦਿਆਂ ਨੂੰ ਤੰਗ ਕਰੇ, ਪਰ ਦੁਨੀਆ ਦਾ ਵਿਸ਼ਵਾਸ ਹੈ। ਕਿੰਨਾ ਤੇਲ ਬਾਲਦੇ ਨੇ, ਕਿੱਥੇ ਜਾ ਕੇ ਉਹ ਆਪ ਦੀ ਠੱਗੀ ਮਰਾਉਂਦੇ, ਪੈਸੇ ਵੀ ਕਮਾਉਂਦੇ, ਬਣਦਾ ਵੀ ਕੁਛ ਨਹੀਂ। ਪਿੰਡ ਭਰਾਉਂਦੇ ਨੇ, ਪੰਡਤਾਂ ਦੇ ਕੋਲੋਂ ਹੱਥ ਜੜਾਉਂਦੇ। ਉਹਨਾਂ ਦਾ ਸਾਰਾ ਨਾਂ ਪਤਾ ਵਹੀਆਂ ਖਾਤਿਆਂ ਵਿੱਚ ਚਾੜਿਆ ਹੋਇਆ, ਉਹਨਾਂ ਨੇ ਸਾਰਿਆਂ ਦੀ ਲਿਖਤ ਪੜਤ ਕੀਤੀ ਹੋਈ ਹੈ। ਪਰ ਗੁਰਸਿੱਖਾਂ ਨੂੰ ਕਿਤੇ ਵੀ ਜਾਣ ਦਾ ਹੁਕਮ ਨਹੀਂ ਹੈ। ਜੇ ਕੋਈ ਚੜ੍ਹਾਈ ਕਰ ਗਿਆ ਹੈ ਅਤੇ ਵਗਦੇ ਜਲ ਦੇ ਵਿੱਚ ਜਲ ਪ੍ਰਵਾਹ ਕਰ ਦਿਓ। ਉਹਨਾਂ ਦੀ ਅਸਤ ਜਾਂ ਕੀਰਤਪੁਰ ਸਾਹਿਬ ਸਾਡੇ ਲਾਗੇ ਹੀ ਪਤਾਲਪੁਰੀ ਸਾਹਿਬ ਹੈ, ਜਾਂ ਗੋਇੰਦਵਾਲ ਸਾਹਿਬ ਵੀ ਅਸਤ ਘਾਟ ਬਣਾਇਆ ਹੋਇਆ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ। ਕਿਤੇ ਗੰਗਾ ਜਾਣ ਦੀ ਜਾਂ ਭੇਵੇ ਜਾਣ ਦੀ ਕੋਈ ਲੋੜ ਨਹੀਂ ਹੈ। ਆਪਦੇ ਨਜ਼ਦੀਕ ਹੀ ਜਲ ਪ੍ਰਵਾਹ ਕਰ ਦਿਓ, ਕਿਉਂਕਿ ਬੰਦਾ ਹੱਡੀਆਂ 'ਚ ਨਹੀਂ ਬੈਠਾ ਹੋਇਆ। ਉਹ ਰੂਹ ਤਾਂ ਉਡਾਰੀ ਮਾਰ ਗਈ, ਉਹ ਤਾਂ ਮਿੱਟੀ ਹੈ ਜਿਹਦਾ ਸੰਸਕਾਰ ਹੋਇਆ, ਅਤੇ ਹੱਡੀਆਂ 'ਚ ਥੋੜ੍ਹਾ ਉਹਦੀ ਜੀਵ ਆਤਮਾ ਬੈਠੀ ਹੋਈ ਹੈ। ਇਸ ਵਾਸਤੇ ਇਹ ਜਿਹੜੇ ਬ੍ਰਾਹਮਣ ਲੋਕ ਨੇ, ਤੁਸੀਂ ਮੰਦਰਾਂ 'ਚ ਅਜੇ ਵੀ ਵੇਖ ਲਓ, ਜੋਤਸ਼ੀ ਦੀ ਦੁਕਾਨ ਹੋਏਗੀ। ਲੋਕ ਆਪਦੇ ਧੀ ਪੁੱਤ ਦਾ ਸਾਹਸ ਵਧਾਉਣ ਵਾਸਤੇ ਜਾਂ ਕੋਈ ਪੁੱਛ ਪਾਉਣ ਲਈ 5-5 ਹਜ਼ਾਰ ਰੁਪਈਆ ਫੀਸ ਦੇਣਗੇ, ਅਤੇ ਪਤਾ ਨਹੀਂ ਉਹ ਸੱਚ ਹੈ ਕਿ ਜਾਂ ਝੂਠ ਹੈ। ਜੇ ਪੰਡਤਾਂ ਨੂੰ ਆਪ ਪਤਾ ਹੋਵੇ ਤਾਂ ਉਹਨਾਂ ਦੇ ਘਰ ਦੱਸੋ ਕੋਈ ਪ੍ਰੋਬਲਮ ਨਹੀਂ ਆਉਂਦੀ। ਸਾਰਿਆਂ ਦੇ ਘਰਾਂ ਵਿੱਚ ਪ੍ਰੋਬਲਮ ਆਉਂਦੀ ਹੈ। ਸਾਰੇ ਬਿਮਾਰ ਸ਼ੁਮਾਰ ਹੁੰਦੇ ਨੇ, ਬਿਪਤਾ ਦੁੱਖ ਕਲੇਸ਼ ਸਭ ਉਹਨਾਂ ਨੂੰ ਆ ਕੇ ਘੇਰਦਾ ਹੈ। ਇਸ ਲਈ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਬਨੁੱਖ, ਇਹ ਅੰਧ ਵਿਸ਼ਵਾਸ ਹੈ। ਕਈ ਗੁਰੂ ਦੇ ਪਿਆਰੇ ਸਿੱਖ ਵੀ 100 ਸਾਖੀ ਬਾਰੇ ਪੁੱਛਦੇ ਨੇ। ਮੇਰੇ ਕੋਲ ਤਾਂ ਜਿਹੜਾ 100 ਸਾਖੀ ਦਾ ਨਾਂ ਲਈ, ਮੈਂ ਤਾਂ ਹੱਥ ਜੋੜ ਕੇ ਕਹਿੰਦਾ ਵੀ ਪਰੇ ਹੋ ਜਾ, ਵੀ ਮੈਂ ਤਾਂ ਨਹੀਂ ਕਿਸੇ ਨੂੰ ਮੰਨਦਾ, ਕੋਈ 100 ਸੂ ਸਾਖੀ ਨਹੀਂ। ਠੀਕ ਹੈ, ਮਹਾਰਾਜ ਨੇ ਬਚਨ ਕੀਤੇ ਹੋਣਗੇ, ਪਰ ਇਤਿਹਾਸ ਉਹ ਵੀ ਸਾਡੇ ਕੋਲ ਸਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਰੱਬ ਦਾ ਸ਼ੁਕਰ ਹੈ ਵੀ ਇਹ ਗੁਰੂ ਅਰਜਨ ਸਾਹਿਬ ਨੇ ਆਪਦੇ ਹੁੰਦਿਆਂ ਜਿਲਤ ਬੰਨ੍ਹ ਦਿੱਤੀ, ਤਾਂ ਸਹੀ ਸਲਾਮਤ ਉਸੇ ਤਰ੍ਹਾਂ ਸਾਡੇ ਕੋਲ ਪਹੁੰਚੀ ਹੈ। ਨਹੀਂ ਤਾਂ ਸਾਡਾ ਦੇਸ਼ ਗੁਲਾਮ ਰਿਹਾ ਹੋਣ ਕਰਕੇ ਗੋਰਿਆਂ ਨੇ, ਕਾਲਿਆਂ ਨੇ, ਆ 84 'ਚ ਕੀ ਹੋਇਆ, ਸਾਰਾ ਲਿਟਰੇਚਰ ਚੁੱਕ ਕੇ ਫੌਜ ਲੈ ਗਈ, ਟਰੰਕਾਂ ਦੇ ਟਰੰਕ, ਕੋਈ ਛੱਡਿਆ ਨਹੀਂ। ਮਹਾਰਾਜ ਦੇ ਮਗਰ ਪਏ ਰਹੇ ਜਿੰਨੇ ਮੁਸਲਮਾਨ। ਉਹ ਜਿਹੜਾ ਵਿਦਿਆਧਰ ਗ੍ਰੰਥ ਸੀਗਾ, ਪਤਾ ਨਹੀਂ 18 ਮਣ ਪੱਕੇ ਦਾ, ਉਹ ਸਰਸਾ ਦੀ ਭੇਟਾ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ, ਜਿਹਨੂੰ ਦਮਦਮਾ ਸਾਹਿਬ ਗੁਰਤਾ ਗੱਦੀ ਮਿਲੀ ਹੈ, ਉਹ ਸਰੂਪ ਵੀ ਪਤਾ ਨਹੀਂ ਵੀ ਕਿੱਥੇ ਹੈ। ਕੋਈ ਕਹਿੰਦੇ ਗਹਿਲਾ ਨਗਰ ਵਿੱਚ ਹੈ, ਕੋਈ ਕਿਤੇ ਮੰਨਦਾ ਹੈ। ਇਸ ਲਈ ਅਸਲੀ ਕੁਛ ਨਹੀਂ ਬਚਿਆ ਸਿਵਾਏ ਮਹਾਰਾਜ ਦੀ ਧੁਰ ਕੀ ਬਾਣੀ ਤੋਂ। ਇਹ ਵੀ ਗੁਰਸਿੱਖਾਂ ਨੂੰ ਜ਼ਬਾਨੀ ਯਾਦ ਹੋਣ ਕਰਕੇ ਇਹ 'ਚ ਕੋਈ ਰਲਾ ਮਿਲਾ ਨਹੀਂ ਕਰ ਸਕਦਾ। ਦੁਨੀਆ ਜ਼ੋਰ ਬਥੇਰਾ ਲਾਉਂਦੀ ਹੈ, ਕਈਆਂ ਨੇ ਰਾਗਮਾਲਾ ਤੋਂ ਬਗੈਰ ਹੀ ਸਰੂਪ ਲਿਖ ਦਿੱਤਾ। ਉਹ ਜਿਹੜਾ ਦਮਦਮਾ ਸਾਹਿਬ ਵਾਲਾ ਸਰੂਪ ਮੰਨੀ ਦਾ ਗਹਿਲਾ ਪਿੰਡ, ਉਹਦਾ ਵੀ ਰਾਗਮਾਲਾ ਵਾਲਾ ਪੱਤਰਾ ਪਾੜਿਆ ਹੋਇਆ, ਜਾਪਦਾ ਹੈ ਵੀ ਪਾਟਾ ਹੋਇਆ, ਵਿੱਚੋਂ ਪੱਤਰਾ ਨਿਕਲਿਆ ਹੋਇਆ ਹੈ। ਕੋਈ ਪੱਤਰਾ ਪਾੜਿਆ ਹੋਵੇ, ਵਿੱਚੋਂ ਜਾਪਦਾ ਜਿਲਦ ਵਿੱਚੋਂ ਪੱਤਰਾ ਪਾਟਿਆ ਹੋਇਆ।
ਇੰਨੇ ਲੋਕ ਈਰਖਾਲੂ ਨੇ, ਉਹਨਾਂ ਸਾਡਾ ਇਤਿਹਾਸ ਸਹੀ ਨਹੀਂ ਰਹਿਣ ਦਿੱਤਾ। ਭਾਈ ਬਾਲੇ ਵਾਲੀ ਜਨਮ ਸਾਖੀ ਵੀ ਅਸਲੀ ਬਿਆਸ ਦਰਿਆ 'ਚ ਰੋੜ ਦਿੱਤੀ ਅਤੇ ਨਕਲੀ ਉਹ 'ਚ ਪਤਾ ਨਹੀਂ ਕੀ ਕੁਛ ਲਿਖ ਦਿੱਤਾ। ਤਾਂ ਹੀ ਉਹਦੇ ਮਿਸ਼ਨਰੀ ਵਾਲੇ ਨਿੰਦਿਆ ਕਰਦੇ ਨੇ ਵੀ ਇਤਿਹਾਸ ਦੀ ਕਥਾ ਨਹੀਂ ਹੋਣੀ ਚਾਹੀਦੀ, ਪਰ ਗੁਰਬਾਣੀ ਦੇ ਮੁਤਾਬਕ ਜੋ ਸਹੀ ਹੈ ਉਹ ਸਹੀ ਹੈ। 100 ਸਾਖੀ ਵਿੱਚ ਵੀ ਬਿਲਕੁਲ ਸਹੀ ਨਹੀਂ ਹੈ, ਕੋਈ ਇੱਕ ਅੱਧੀ ਗੱਲ ਸਹੀ ਹੋਵੇਗੀ। ਤਾਂ ਇਸ ਲਈ ਗੁਰਦੁਆਰੇ ਦੇ ਅੰਦਰ ਕੋਈ ਜੋਤਿਸ਼ ਨਹੀਂ ਮੰਨੀ ਦਾ, ਕੋਈ ਭਵਿੱਖਤ ਬਾਣੀ ਨਹੀਂ ਮੰਨੀ ਦੀ। ਜੋ ਕੁਛ ਹੋਣਾ ਰੱਬ ਦੇ ਹੁਕਮ 'ਚ ਹੋਣਾ ਹੀ ਹੋਣਾ। ਸਾਡੇ ਲਈ ਕੋਈ ਅਲੋਕਾਰ ਥੋੜ੍ਹਾ ਆ, ਜੰਗ ਲੱਗੂ ਤੇ ਲੱਗ ਜਾਏ, ਦੁਨੀਆ ਦੇ ਨਾਲ ਹੀ ਮਰਨਾ ਤੇ ਮਰ ਜਾਵਾਂਗੇ। ਜੇ ਰੱਬ ਨੇ ਜਿਉਂਦੇ ਰੱਖਣਾ ਤੇ ਜਿੰਨਾ ਚਿਰ ਠੀਕ ਹੈ। ਤੋ ਐਵੇਂ ਹੀ ਆਪਦੀ ਝੂਠੀ ਦੁਕਾਨ ਚਲਾਈ ਜਾਣੀ, ਲੋਕਾਂ ਨੂੰ ਡਰਾ ਧਮਕਾ ਕੇ ਮਗਰ ਲਾਈ ਜਾਣਾ, ਇਹ ਗਲਤ ਗੱਲ ਹੈ। ਨਿਹੰਗ ਸਿੰਘ ਜਿਹੜਾ ਕਲਕੀ ਅਵਤਾਰ ਹੈ ਉਹਦੇ ਬਾਰੇ ਹੀ ਗਾਈ ਜਾਂਦੇ ਨੇ, ਕਲਕੀ ਅਵਤਾਰ ਕਹਾਵਾਂਗੇ। ਉਹ ਕੋਈ ਰੱਬ ਦਾ, ਗੁਰੂ ਗੋਬਿੰਦ ਸਿੰਘ ਦਾ ਅਵਤਾਰ ਥੋੜ੍ਹਾ ਆ, ਉਹ ਤਾਂ ਵਿਸ਼ਨੂੰ ਦਾ 24ਵਾਂ ਅਵਤਾਰ ਹੋਣਾ ਹੈ। ਸਾਡਾ ਉਹਦੇ ਨਾਲ ਕੀ ਮਤਲਬ? ਗੁਰਦੁਆਰੇ ਦਾ ਕੋਈ ਮਤਲਬ ਨਹੀਂ। ਉਹ ਵੀ ਹੰਕਾਰੀ ਹੋ ਕੇ ਮਾਰਿਆ ਜਾਵੇਗਾ। ਇਸ ਲਈ ਗੁਰੂ ਘਰ ਦੇ ਵਿੱਚ ਮਹਾਰਾਜ ਨੇ ਆਖਿਆ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਤੇਰਾ ਕੀਆ ਮੀਠਾ ਲੱਗੈ, ਭਾਣੇ ਕਾ ਰਸ ਜਿਨ ਆਇਆ। ਭਾਣੇ ਨੂੰ ਮੰਨਣ ਦਾ ਮਹਾਰਾਜ ਦਾ ਹੁਕਮ ਹੈ। ਗੁਰਮੁਖ ਤੇਰਾ ਭਾਣਾ ਭਾਵੈ। ਭਾਈ ਭਗੀਰਥ ਜੀ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ 3 ਉਪਦੇਸ਼ ਬਖਸ਼ੇ ਸਨ। ਆਖਿਆ, ਭਾਈ ਭਗੀਰਥ, ਹਉਮੈ ਦਾ ਤਿਆਗ ਕਰਨਾ ਹੈ। ਹਉਮੈ ਤਜਨ ਨਾਮ ਲਿਵ ਲਾਵਣ, ਨਾਮ ਦੇ ਵਿੱਚ ਲਿਵ ਲਾਉਣੀ ਹੈ। ਅਤੇ ਭਾਣਾ ਮੰਨਣ ਪੰਥ ਇਹੋ ਪਾਵਨ। ਭਾਣੇ ਨੂੰ ਮੰਨਣਾ ਇਹ ਪਵਿੱਤਰ ਪਾਵਨ ਪੰਥ ਹੈ। ਜਿਹੜਾ ਕੇਸ਼ੋ ਦਾਸ ਸੀਗਾ, ਇਹ ਕਲਗੀਧਰ ਜੀ ਦੇ ਕੋਲ ਆ ਕੇ ਰੋਇਆ, ਬੜਾ ਹੀ ਰੋਇਆ। ਮਾਰੇ ਕਹਿੰਦੇ, ਕੀ ਹੋਇਆ ਬ੍ਰਾਹਮਣ ਜੀ? ਦਇਓ ਮਿਸਰ ਜੂ ਰੋਏ, ਤੂੰ ਰੋਂਦਾ ਕਾਹਤੋਂ ਆ? ਕਹਿੰਦਾ, ਜੀ ਸਾਡੀ ਰੋਜੀ ਰੋਟੀ ਤੁਸੀਂ ਚੁੱਕ ਕੇ ਅਤੇ ਸਿੱਖਾਂ ਨੂੰ ਦੇ ਦਿੱਤੀ ਆ। ਅਸੀਂ ਪੱਤਰੀ ਖੋਲ੍ਹਦੇ ਸੀ, ਲੋਕ ਸਾਨੂੰ ਮੰਨਦੇ ਸੀ, ਜੋਤਿਸ਼ ਲਾਉਂਦੇ ਸੀ, ਸਾਡਾ ਗੁਜ਼ਾਰਾ ਚੱਲਦਾ ਸੀ। ਤੁਸੀਂ ਮਹਾਰਾਜ ਪੱਤਰੀ ਦਾ ਭੁਲੇਖਾ ਹੀ ਦੂਰ ਕਰ ਦਿੱਤਾ। ਤੁਸੀਂ ਸਾਡੀ ਪੂਜਾ ਨਹੀਂ ਕਰਦੇ, ਸਾਨੂੰ ਮੰਨਦੇ ਨਹੀਂ, ਤੁਸੀਂ ਖਾਲਸੇ ਨੂੰ ਸਭ ਕੁਛ ਦੇਈ ਜਾਂਦੇ ਹੋ। ਪਾਤਸ਼ਾਹ ਕਹਿੰਦੇ, ਹੇ ਬ੍ਰਾਹਮਣ ਜੀ, ਤੁਸੀਂ ਨਾਮ ਜਪੋ, ਬੈਠੋ 8 ਘੰਟੇ ਦੀ ਦਿਹਾੜੀ ਦੇ ਹਿਸਾਬ ਨਾਲ ਨਾਮ ਜਪੋ। ਤੁਹਾਨੂੰ ਦੁੱਧ ਵੀ ਛਕਾਵਾਂਗੇ, ਮਲਾਈ ਵਿੱਚ ਪਾਵਾਂਗੇ, ਦੇਸੀ ਘਿਓ ਦਾ ਵਿੰਨਿਆ ਪ੍ਰਸ਼ਾਦਾ ਛਕਾਵਾਂਗੇ, ਨਾਲ 5-5 ਸੋਨੇ ਦੀਆਂ ਮੋਹਰਾਂ ਦੇਵਾਂਗੇ। ਬੈਠ ਕੇ ਸਿਮਰਨ ਕਰੋ। ਅਸੀਂ ਖਾਲਸੇ ਨੂੰ ਬਾਣੀ ਪੜ੍ਹਦਾ, ਸਿਮਰਨ ਕਰਦਾ ਤਾਂ ਦਿੰਦੇ ਆ, ਤੁਹਾਨੂੰ ਦੁਸ਼ਾਲੇ ਵੀ ਭੇਟਾ ਕਰਾਂਗੇ। ਇੱਕ ਦਿਨ ਉਹਨਾਂ ਭਾਈ ਮਲਿਆਗਰ ਸਿੰਘ ਦੇ ਪਹਿਰੇ ਵਿੱਚ ਮਸਾਂ 8 ਘੰਟੇ ਪੂਰੇ ਕੀਤੇ। ਮੁੜ ਕੇ ਹੱਥ ਜੋੜ ਕੇ ਮਾਫੀ ਮੰਗ ਗਏ। ਹਮਾਰੇ ਕਹਿੰਦੇ ਕਿ ਲਓ ਭਾਈ, ਦੁਸ਼ਾਲੇ ਲਓ, ਪ੍ਰਸ਼ਾਦਾ ਛਕੋ, ਜੋ ਚਾਹੀਦਾ ਮੰਗੋ। ਕਹਿੰਦੇ, ਨਹੀਂ ਜੀ, ਸਾਨੂੰ ਇਹ ਸੌਦਾ ਪ੍ਰਵਾਨ ਨਹੀਂ ਹੈ। ਸਾਨੂੰ ਤਾਂ ਰਾਹੂ ਕੇਤੂ ਦੋਇ ਬੈਲ ਹਮਾਰੇ 60 ਸਦੀ ਹੈ ਕੀਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੈ ਛੇਤੀ। ਸਾਨੂੰ ਤਾਂ ਪੱਤਰੀ ਹੋਈ ਚੰਗੀ ਹੈ, ਸਾਡੇ ਕੋਲ ਕਮਾਈ ਨਹੀਂ ਹੋ ਸਕਦੀ। ਇਸ ਤਰ੍ਹਾਂ ਉਹ ਮਹਾਰਾਜ ਨੂੰ ਜਵਾਬ ਦੇ ਕੇ ਚਲੇ ਗਏ। ਕਲਗੀਧਰ ਮਹਾਰਾਜ ਨੇ ਖਾਲਸੇ ਨੂੰ ਸਭ ਕੁਝ ਬਖਸ਼ਿਸ਼ ਕੀਤਾ ਅਤੇ ਆਗਿਆ ਕੀਤੀ ਕਿ ਇਨਹੀ ਕੇ ਸਜੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਸਿੰਘ ਸਜੇ ਹਾਂ ਭਾਈ। ਜੁਧ ਜਿਤੇ ਨਹੀਂ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਆਗਾਓ ਗਟਰੇ ਇਨਹੀ ਕੇ ਪ੍ਰਸਾਦ, इन्हीं की कृपा पुन 70 मरे, इन्हीं की कृपा पुन धाम भरे। महाराज कहते भी इन्हों की कृपा नाल ही साडे घर सब कुछ है। हे ब्राह्मण जी, तुसीं कहंदे हो इन्हों दूर कर दिओ, ये नीवियां जातां वाले ने, ये खालसे पंथ की कृपा नाल ही तां असीं सिंह सजे गुरु बने। ये महाराज ने निमरता जनाई, हुक्म किया कि सिख पंचन मैं मेरो वासा, पूरन करें धरें जो आसा। 5 सिखां दे विच मेरा निवास है, जो भी आसा करेगा इन्हां नूं प्रशादा छका के अरदास करावे,
ਉਹਦੀ ਆਸਾ ਮੈਂ ਪੂਰੀ ਕਰੂੰਗਾ। ਇਉਂ ਗੁਰੂ ਘਰ ਦੇ ਵਿੱਚ ਪੱਤਰੀ ਖਿਲਾਉਣੀ, ਜੋਤਿਸ਼ ਲਵਾਉਣਾ, ਕਿਸੇ ਧੀ ਪੁੱਤ ਦੇ ਵਿਆਹ 'ਤੇ ਸਾਹ ਸਦਾਉਣਾ ਬਿਲਕੁਲ ਮਨਾ ਹੈ। ਸਾਹਾ ਗਣ ਹੈ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ। ਸਾਹੇ ਚਿੱਠੀ ਉੱਪਰ ਇੱਕੋ ਅੰਕਾਰ ਲਿਖ ਕੇ ਆਪਦੀ ਮਰਜ਼ੀ ਦੇ ਨਾਲ ਦੋਵਾਂ ਧਿਰਾਂ ਦੀ ਸਲਾਹ ਦੇ ਨਾਲ ਦਿਨ ਮਿੱਥ ਕੇ ਅਤੇ ਆਪਦੇ ਧੀ ਪੁੱਤ ਦੇ ਆਨੰਦ ਕਾਰਜਾਂ ਦਾ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਾਜ਼ੂਰੀ 'ਚ ਕਰ ਲੈਣਾ ਚਾਹੀਦਾ। ਇਉਂ ਪਾਤਸ਼ਾਹ ਜੀ ਨੇ, ਕੋਈ ਪੰਡਤ ਪੈਸੇ ਮੰਗ ਰਿਹਾ ਸੀ ਕਿਸੇ ਗਰੀਬ ਦੀ ਧੀ ਦੇ ਵਿਆਹ ਦੇ, ਅਤੇ ਉਹ ਵਿਚਾਰਾ ਰੋ ਕੇ ਮਿੰਨਤਾਂ ਕਰੇ ਕਿ ਬ੍ਰਾਹਮਣ ਜੀ ਮੇਰੇ ਕੋਲ ਤਾਂ 100 ਕੀ ਰੁਪਈਆ ਹੈ, ਜੇ ਮੈਂ ਤੁਹਾਨੂੰ ਇਹਦੇ 'ਚੋਂ 25 ਰੁਪਈਏ ਦੇ ਦਿੱਤੇ ਅਤੇ ਬਾਕੀ ਮੈਂ ਵਿਆਹ ਦਾ ਕਾਰਜ ਕਿਵੇਂ ਕਰਾਂਗਾ ਜੀ। ਤੁਸੀਂ ਥੋੜ੍ਹੇ ਪੈਸੇ ਲੈ ਲਓ ਜਾਂ ਫਰੀ ਵਿੱਚ ਮੇਰੀ ਧੀ ਦੇ ਹੱਥ ਪੀਲੇ ਕਰ ਦਿਓ, ਫੇਰੇ ਕਰਾ ਦਿਓ। ਕਹਿਣ ਲੱਗਾ ਨਹੀਂ, ਇਹਦੀ ਇੰਨੀ ਭੇਟਾ ਲੈਣੀ ਹੀ ਲੈਣੀ ਹੈ। ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਗਰੀਬ ਦੀ ਧੀ ਦੇ ਮੂਲ ਮੰਤਰ ਪੜ੍ਹ ਕੇ ਫੇਰੇ ਕਰਵਾਏ। ਆਖਿਆ ਪੰਡਤ ਜੀ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਜਿਸ ਤਰ੍ਹਾਂ ਦੀ ਜਜਮਾਨ ਦੀ ਧੀ ਹੈ ਉਸ ਤਰ੍ਹਾਂ ਦੀ ਤੇਰੀ ਧੀ ਹੈ। ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਅਤੇ ਤੂੰ ਆਪਦੀ ਧੀ ਦੇ ਪੈਸੇ ਲੈ ਸਕਦਾ ਹੈ। ਇਹ ਧੀ ਵਿਚਾਰੀ ਗਰੀਬ ਘਰ ਦੀ ਹੈ, ਤੂੰ ਇਸਦੇ ਪੈਸੇ ਮੰਗ ਰਿਹਾ ਆਨੰਦ ਕਾਰਜਾਂ ਦੇ। ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਾਨ ਖਾਧਿਆ ਤੇਰਾ ਜਨਮ ਗਿਆ। ਧੀਆਂ ਦੇ ਘਰ ਦਾ ਖਾਣ ਤੋਂ ਮਨੁੱਖਾ ਜਨਮ ਵਿਅਰਥ ਜਾਂਦਾ ਹੈ। ਧੀ ਭੈਣ ਕਾ ਪੈਸਾ ਖਾਏ, ਗੋਬਿੰਦ ਸਿੰਘ ਜਮ ਧੱਕੇ ਖਾਏ। ਇਸ ਲਈ ਹੇ ਪੰਡਤ ਜੀ, ਤੂੰ ਆਪਦੀ ਮਨ ਦੀ ਪੱਤਰੀ ਜੰਤਰੀ ਤੂੰ ਵਾਚੀ ਨਹੀਂ ਹੈ, ਅਤੇ ਦੂਜਿਆਂ ਦੇ ਟੀਵੇ ਲਾ ਲਾ ਤੂੰ ਦੱਸ ਰਿਹਾ ਤੇਰੀ ਉਮਰ ਥੋੜ੍ਹੀ ਹੈ, ਤੇਰੇ ਘਰ ਵਿੱਚ ਆਹ ਬਿਪਤਾ ਆਉਣ ਵਾਲੀ ਹੈ। ਤੂੰ ਇਸ ਤਰ੍ਹਾਂ ਦਾ ਉਪਾਅ ਕਰ ਤਾਂ ਤੇਰਾ ਕਾਰਜ ਰਾਸ ਹੋਵੇਗਾ। ਮਨ ਕੀ ਪਤਰੀ ਵਾਚਣੀ, ਤੂੰ ਆਪਦੇ ਮਨ ਦੀ ਹੀ ਜੰਤਰੀ ਤੈਨੂੰ ਪੜ੍ਹਨੀ ਚਾਹੀਦੀ ਹੈ। ਸੁਖੀ ਹੋ ਸੁਖ ਸਾਰ, ਭਾਵ ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਰੋਕ ਕੇ ਗਿਆਨ ਦੀ ਪ੍ਰਾਪਤੀ ਦੀ ਵਿਚਾਰ ਕਰਨੀ ਚਾਹੀਦੀ ਹੈ। ਮਨ ਦੇ ਅੰਦਰ ਬ੍ਰਹਮ ਵਿਦਿਆ ਰੂਪੀ ਪੱਤਰੀ ਵਾਚਨਾ ਕਰ। ਜਿਸ ਨੇ ਵਾਚਨਾ ਕੀਤੀ ਹੈ ਉਹ ਨਿਸ਼ਚੇ ਕਰਕੇ ਸਾਰੂ ਬ੍ਰਹਮ ਦੇ ਸੁੱਖ ਨੂੰ ਪਾ ਕੇ ਸੁਖੀ ਹੋ ਗਿਆ ਹੈ, ਜਾਂ ਫਿਰ ਤੈਨੂੰ ਸੁੱਖਾਂ ਵਿੱਚੋਂ ਸ੍ਰੇਸ਼ਟ ਆਤਮਿਕ ਸੁੱਖ ਪ੍ਰਾਪਤ ਹੋਵੇਗਾ। ਸੋ ਬ੍ਰਾਹਮਣ ਭਲਾ ਆਖੀਐ, ਇਹ ਪੰਡਤ ਜੀ ਉਹੀ ਬ੍ਰਾਹਮਣ ਸ੍ਰੇਸ਼ਟ ਚੰਗਾ ਆਖੀਦਾ ਹੈ। ਜੇ ਬੁਝੈ ਬ੍ਰਹਮ ਵਿਚਾਰ, ਜਿਹੜਾ ਬ੍ਰਹਮ ਆਤਮਾ ਦੀ ਵਿਚਾਰ ਨੂੰ ਗੁਰਾਂ ਦੁਆਰਾ ਪੁੱਛਦਾ ਹਰ ਹੈ। ਸਾਲਾਹੇ ਹਰ ਪੜੈ, ਹਰੀ ਦੇ ਨਾਮ ਦੀ ਪੜ੍ਹਾਈ ਨੂੰ ਪੜ੍ਹਦਾ ਹੈ ਅਤੇ ਹਰੀ ਨੂੰ ਹੀ ਸਲਾਹੁੰਦਾ ਹੈ। ਗੁਰ ਕੈ ਸ਼ਬਦ ਵਿਚਾਰ, ਅਤੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਦਾ ਹੈ। ਉਹੀ ਬ੍ਰਾਹਮਣ ਉੱਤਮ ਹੈ। ਆਇਆ ਉਹ ਪਰਵਾਨ ਹੈ, ਇਉਂ ਉਹੀ ਮਨੁੱਖ ਸੰਸਾਰ ਵਿੱਚ ਆਇਆ ਹੋਇਆ ਸਫਲ ਹੈ। ਜੇ ਕੁਲ ਕਾ ਕਰੇ ਉਧਾਰ, ਜਿਹੜਾ ਆਪਣੀਆਂ ਕੁਲਾਂ ਦਾ ਵੀ ਪਾਰ ਉਤਾਰਾ ਕਰ ਲੈਂਦਾ ਹੈ। ਜੋ ਦੇਵੀ ਸੰਪਦਾ ਰੂਪੀ ਕੁਲ ਦਾ ਆਸੁਰੀ ਸੰਪਦਾ ਤੋਂ ਉਧਾਰ ਕਰਦਾ ਹੈ, ਉਹੀ ਮਨੁੱਖ ਜਾਮੇ ਵਿੱਚ ਆਇਆ ਜੀਵ ਸਫਲਾ ਹੈ। ਸਫਲ ਭਾਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧ। ਅੱਗੇ ਜਾਤ ਨਾ ਪੁੱਛੀਐ, ਇਹ ਪੰਡਤ ਜੀ ਪਰਲੋਕ ਦੇ ਵਿੱਚ ਉੱਚੀ ਨੀਵੀਂ ਜਾਤੀ ਨਹੀਂ ਪੁੱਛੀ ਜਾਂਦੀ। ਕਰਨੀ ਸ਼ਬਦ ਹੈ ਸਾਰ, ਉੱਥੇ ਤਾਂ ਜੋ ਗੁਰਾਂ ਦੇ ਉਪਦੇਸ਼ ਦੁਆਰਾ ਭਗਤੀ ਦੀ ਕਮਾਈ ਕੀਤੀ ਜਾਂਦੀ ਹੈ ਇਹੀ ਸ੍ਰੇਸ਼ਟ ਕਹੀ ਜਾਂਦੀ ਹੈ, ਜਾਂ ਗੁਰਾਂ ਦੇ ਸ਼ਬਦ ਦੀ ਕਮਾਈ ਹੀ ਸਾਰੂ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਹੋਰ ਕੂੜ ਪੜਨਾ ਕੂੜ ਕਮਾਵਣਾ, ਗੁਰਾਂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਹੋਰ ਦਵੈਤ ਦੀ ਪੜ੍ਹਾਈ ਦਾ ਪੜ੍ਹਨਾ ਵੀ ਝੂਠ ਹੈ
ਤੇ ਕਰਮਾਂ ਦਾ ਕਮਾਉਣਾ ਵੀ ਝੂਠ ਹੈ। ਲਿਖਿਆ ਨਾਲ ਪਿਆਰ, ਕਿਉਂਕਿ ਇਸ ਨਾਲ ਜ਼ਹਿਰੂ ਮਾਇਆ ਨਾਲ ਹੀ ਪਿਆਰ ਸਨੇਹ ਵੱਧਦਾ ਹੈ। ਅੰਦਰ ਸੁਖ ਨਾ ਹੋਵਈ। ਹੋਰ ਪੜ੍ਹਾਈਆਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਹਿਰਦੇ ਅੰਦਰ ਆਤਮਿਕ ਸੁੱਖ ਆ ਕੇ ਪ੍ਰਾਪਤ ਨਹੀਂ ਹੁੰਦਾ। ਮਨ ਮੁਖ ਜਨਮ ਖੁਆਰ, ਇਸ ਕਰਕੇ ਮਨਮੁਖ ਪੁਰਖਾਂ ਦਾ ਜਨਮ ਖਰਾਬ ਹੋ ਜਾਂਦਾ ਹੈ। ਨਾਨਕ ਨਾਮ ਰਤੇ ਸੇ ਉਬਰੇ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜੋ ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਰ ਕਾ ਹੇਤ ਅਪਾਰ। ਗੁਰਾਂ ਦੇ ਚਰਨਾਂ ਨਾਲ ਬੇਅੰਤ ਪ੍ਰੇਮ ਕਰਕੇ ਨਾਮ ਦੇ ਵਿੱਚ ਰੰਗੇ ਹੋਏ ਨੇ, ਉਹੀ ਮਨੁੱਖ ਮਾਇਆ ਤੋਂ ਬਚੇ ਨੇ। ਪੌੜੀ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ, ਆਪੇ ਕਰ ਕਰ ਵੇਖਦਾ। ਇਹ ਭਾਈ ਉਹ ਪਰਮਾਤਮਾ ਆਪ ਹੀ ਜਗਤ ਨੂੰ ਕਰਕੇ ਪੈਦਾ, ਫਿਰ ਕਰਕੇ ਪਾਲਣਾ, ਸਭਨਾਂ ਦੇ ਕਰਮਾਂ ਨੂੰ ਵੇਖਦਾ ਹੈ। ਆਪੇ ਸਭ ਸੱਚਾ, ਆਪ ਹੀ ਉਹ ਸੱਚਾ ਪਰਮਾਤਮਾ ਸਾਰੀਆਂ ਥਾਵਾਂ ਵਿੱਚ ਵਿਆਪਕ ਹੈ। ਜੋ ਹੁਕਮ ਨਾ ਬੂਝੈ ਖਸਮ ਕਾ। ਜਿਹੜਾ ਪੁਰਖ ਐਸੇ ਸਮਰੱਥ ਮਾਲਕ ਪਰਮਾਤਮਾ ਦਾ ਸਿਮਰਨ ਭਜਨ ਰੂਪ ਹੁਕਮ ਨਹੀਂ ਬੁੱਝਣਾ ਕਰਦਾ, ਸੋਈ ਨਰ ਕੱਚਾ। ਉਹ ਪੁਰਖ ਕਚਿਆਈ ਵਾਲੇ ਜੀਵਨ ਵਾਲਾ ਹੈ, ਕੱਚੇ ਪਦਾਰਥਾਂ ਵਿੱਚ ਲੱਗਾ ਹੋਇਆ ਅਗਿਆਨੀ ਹੈ। ਜਿਤ ਭਾਵੈ ਤਿਤ ਲਾਇਦਾ। ਗੁਰਮੁਖਾਂ ਨੇ ਐਸਾ ਨਿਸ਼ਚੈ ਕੀਤਾ ਹੈ ਗੁਰਮੁਖ ਹਰ ਸੱਚਾ। ਕਿ ਸੱਚੇ ਹਰੀ ਪਰਮੇਸ਼ਰ ਨੂੰ ਜਿਸ ਪਾਸੇ ਜੀਵਾਂ ਤਾਈਂ ਲਾਉਣਾ ਪਾਉਂਦਾ ਹੈ, ਉਸੇ ਪਾਸੇ ਲਾਉਣਾ ਕਰਦਾ ਹੈ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੇ ਕਰਸੇਗੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪ ਦੇ ਕੌਤਕ ਹਨ। ਸਭਨਾ ਕਾ ਸਾਹਿਬ ਏਕ ਹੈ। ਸਾਰੇ ਜੀਵਾਂ ਦਾ ਜਿਹੜਾ ਮਾਲਕ ਇੱਕ ਪਰਮੇਸ਼ਰ ਹੀ ਹੈ। ਗੁਰ ਸ਼ਬਦੀ ਰਚਾ। ਇਹ ਨਿਸ਼ਚਾ ਉਸ ਸਮੇਂ ਹੁੰਦਾ ਹੈ ਜਦ ਕਿਸੇ ਦਾ ਮਨ ਗੁਰਾਂ ਦੇ ਉਪਦੇਸ਼ ਵਿੱਚ ਰਚ ਜਾਂਦਾ ਹੈ। ਗੁਰਮੁਖ ਸਦਾ ਸਲਾਹੀਐ। ਇਸ ਲਈ ਗੁਰਮੁਖ ਬਣੋ ਭਾਈ। ਮੁਖੀ ਗੁਰਾਂ ਦੁਆਰਾ ਉਸ ਪ੍ਰਭੂ ਨੂੰ ਸਦਾ ਹਮੇਸ਼ਾ ਹੀ ਸਲਾਹੁਣਾ ਕਰੀਏ। ਸਭ ਤਿਸ ਦੇ ਜੱਚਾ। ਸਾਰੇ ਜੀਵ ਤਿਸ ਪ੍ਰਭੂ ਦੇ ਹੀ ਜੱਚਾ ਤੇ ਬੱਚਾ। ਸੋ ਜਿਵੇਂ ਮਾਂ ਦੇ ਪੁੱਤ ਹੁੰਦੇ ਨੇ, ਧੀਆਂ ਹੁੰਦੀਆਂ ਨੇ, ਇਉਂ ਤੂੰ ਮਾਤ ਪਿਤਾ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੋਖ ਨੇਰੇ। ਵਾਹਿਗੁਰੂ ਹੀ ਸਾਡੀ ਮਾਂ ਹੈ, ਵਾਹਿਗੁਰੂ ਹੀ ਸਾਡਾ ਪਿਓ ਹੈ, ਸਾਰੇ ਉਹਦੇ ਹੀ ਬੱਚੇ ਹਨ। ਜੱਚਾ ਨਾਮ ਹੈ ਜਾਤਕ ਦਾ, ਸਾਰੇ ਉਹਦੇ ਦੁਆਰੇ ਤੇ ਮੰਗਤੇ ਨੇ। ਇੱਕ ਦਾਤਾ ਸਭ ਜਗਤ ਭਿਖਾਰੀਆ, ਹਰ ਜਾਚੈ ਸਭ ਮੰਗਣਾ। ਸਾਰੇ ਉਹਦੇ ਹੀ ਜੱਚਾ ਚੋਜ ਕੀਤੇ ਨੇ, ਕੌਤਕ ਵੀ ਉਹਦੇ ਹੀ ਨੇ। ਸਾਰੇ ਜੀਵ ਉਸ ਦੇ ਜੱਚਾ ਜਾਚੇ ਪਹਿਚਾਣੇ ਹੋਏ ਹਨ। ਜੋ ਨਾਨਕ ਆਪਨ ਚਾਹੀਦਾ। ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਜਿਵੇਂ ਉਹ ਪਰਮੇਸ਼ਰ ਜੀਵਾਂ ਦੀ ਵਾਸ਼ਨਾ ਅਨੁਸਾਰ ਆਪ ਨਚਾਉਣਾ ਕਰਦਾ ਹੈ, ਤਿਵਹੀ ਕੋ ਨਚਾ। ਤਿਵੇਂ ਹੀ ਹਰ ਕੋਈ ਜੀਵ ਤਿੰਨਾਂ ਗੁਣਾਂ ਦੇ ਸੁਭਾਵਾਂ ਵਿੱਚ ਨੱਚ ਰਿਹਾ ਹੈ। ਸੁਧ ਮਤਲਬ ਕਿਰਿਆ ਕਰ ਰਿਹਾ ਹੈ। ਇਹ ਬਾਣੀ ਸ਼ੁੱਧ ਕਰਕੇ ਲਿਖੀ ਹੋਈ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੁਕਮ ਹੈ ਕਿ ਕੋਈ ਵੀ ਮਨੁੱਖ ਇਸ ਬਾਣੀ ਉੱਪਰ ਆਪਣੀ ਕਲਮ ਨਾ ਚੁੱਕੇ ਕਿ ਇਹਦੇ ਵਿੱਚ ਆਹ ਗਲਤੀ ਹੈ, ਇਹਦੇ ਵਿੱਚ ਉਹ ਗਲਤੀ ਹੈ। ਬਿਲਕੁਲ ਸ਼ੁੱਧ ਕਰਕੇ ਲਿਖੀ ਹੋਈ ਹੈ। ਜਾਂ ਸ਼ੁੱਧ ਇਸ ਬਾਣੀ ਨੂੰ ਪੜ੍ਹ ਕੇ ਹਿਰਦੇ ਅੰਦਰ ਪ੍ਰਭੂ ਦੀ ਸ਼ੁੱਧ ਨਾਮ ਗਿਆਤ ਹੁੰਦੀ ਹੈ, ਚਾਨਣ ਹੁੰਦਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਜਿਹੜਾ ਵੀ ਇਸ ਬਾਣੀ ਨੂੰ ਅੰਦਰੋਂ ਜਾਣ ਲੈਂਦਾ ਹੈ, ਜੋ ਬਾਣੀ
ਇਹ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹ ਨਾਮ ਜਪ ਕੇ ਬਾਣੀ ਪੜ੍ਹ ਕੇ ਸ਼ੁੱਧ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ। ਕਹਿੰਦੇ ਨੇ ਕਿ ਜਿਹੜਾ ਤਨ ਹੈ, ਸਰੀਰ ਹੈ, ਉਹ ਬਾਹਰੀ ਇਸ਼ਨਾਨ ਕਰਨ ਤੋਂ ਪਵਿੱਤਰ ਹੁੰਦਾ ਹੈ, ਪਰ ਆਤਮਿਕ ਤੌਰ 'ਤੇ ਤਨ ਪਵਿੱਤਰ ਸੇਵਾ ਕਰੀਏ। ਗੁਰੂ ਘਰ ਦੀ ਸੇਵਾ ਸਭ ਤੋਂ ਉੱਤਮ ਇਸ਼ਨਾਨ ਹੈ ਜੋ ਸਰੀਰ ਨੂੰ ਪਵਿੱਤਰ ਕਰਦੀ ਹੈ। ਧਨ ਪਵਿੱਤਰ ਕੀਏ ਦਾਨ, ਜਿਹੜਾ ਧਨ ਹੈ ਉਹਦੀ ਪਵਿੱਤਰਤਾ ਦਾਨ ਕਰਨ ਵਿੱਚ ਹੈ। ਦਾਨ ਪੁੰਨ ਤੋਂ ਬਗੈਰ ਉਹ ਅਪਵਿੱਤਰ ਹੋ ਜਾਂਦਾ। ਜਿਵੇਂ ਖੂਹ ਵਿੱਚੋਂ ਪਾਣੀ ਨਾ ਕੱਢੀਏ, ਉਹ 'ਚ ਕਿਰਮ ਚੱਲ ਜਾਂਦੇ ਨੇ। ਇਉਂ ਧਨ ਦੀ ਪਵਿੱਤਰਤਾ ਦਾਨ ਕਰਨ ਵਿੱਚ ਹੈ। ਮਨ ਪਵਿੱਤਰ ਹਰੀ ਭਜਨ ਸੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮਨ ਦੀ ਪਵਿੱਤਰਤਾ ਸਾਧ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਦਿਆਂ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਹੁੰਦੀ ਹੈ। ਮਨ ਦਾ ਇਸ਼ਨਾਨ ਇਸ ਤਰ੍ਹਾਂ ਹੈ। ਤ੍ਰਿਵਿਧ ਹੋਤ ਕਲਿਆਣ, ਇਹ 3 ਤਰੀਕੇ ਨੇ ਕਲਿਆਣ ਦੇ। ਸੋ ਜਿਹੜਾ ਇਸ ਬਾਣੀ ਨੂੰ ਦਿਲੋਂ ਜਾਣ ਲੈਂਦਾ, ਬਾਣੀ ਵਿੱਚ ਸੰਗਤ ਵਿੱਚ ਡੁਬਕੀਆਂ ਲਗਾਉਂਦਾ, ਇਸ਼ਨਾਨ ਕਰਦਾ, ਉਹਦਾ ਹਿਰਦਾ ਸ਼ੁੱਧ ਹੋ ਜਾਵੇਗਾ, ਸ਼ੁੱਧ ਹੋ ਜਾਂਦਾ। ਜਦੋਂ ਹਿਰਦਾ ਸ਼ੁੱਧ ਹੋ ਗਿਆ ਤਾਂ ਸ਼ੁੱਧ ਸਰੂਪ ਬ੍ਰਹਮ ਦੀ ਪ੍ਰਾਪਤੀ ਹੋ ਜਾਵੇਗੀ। ਇੱਥੇ ਮਾਰੂ ਦੀ ਪਹਿਲੀ ਵਾਰ, ਜਿਸ ਦੀਆਂ 22 ਪੌੜੀਆਂ ਅਤੇ 22 ਸ਼ਲੋਕ, ਮਹੱਲੇ ਵੱਧ ਵੀ ਹਨ, ਇਹ ਵਾਰ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਸੰਪੂਰਨ ਹੋਈ ਹੈ ਜੀ। ਦਾਸਾ ਬਸੋਂ ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ। ਅੱਗੇ ਤੋਂ ਸਮਤ ਬਖਸ਼ਣੀ। ਗੁਰਮੁਖ ਸਦਾ ਸਲਾਹੀਐ, ਸਭ ਤਿਸ ਦੇ ਜਚਾ। ਜੋ ਨਾਨਕ ਆਪ ਨਚਾਏਦਾ, ਤਿਵਹੀ ਕੋ ਨਚਾ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਬਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵੈ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭੇ ਸਾਰਣਾ। ਕੀ ਕਾਰੋ ਕਰੇ ਤੇਰਾ ਕਾਰਜ ਸਭ